Hello, everybody. Hope all of you are well. Okay, sorry, ਅੱਜ ਮੈਂ ਫੇਰ ਲੇਟ ਆ ਕਲਾਸ ਦੇ ਵਿੱਚ। ਪਰ ਜਿਵੇਂ ਕਿ ਤੁਹਾਡੇ ਨਾਲ ਪਿਛਲੀ ਵਾਰ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਲਾਸਟ ਕਲਾਸ ਐਡਿਕਸ਼ਨ ਦੀ ਲੈ ਕੇ ਆਵਾਂਗੇ। ਸੋ ਇਹ ਇੱਕ ਲਾਸਟ ਕਲਾਸ ਆ ਸਾਡੀ ਐਡਿਕਸ਼ਨ ਦੀ, ਪਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਟੌਪਿਕ ਟਾਈਮ ਤੋਂ ਟਾਈਮ ਡਿਸਕਸ ਕਰਦੇ ਰਹਾਂਗੇ। ਜੇ ਤੁਹਾਡਾ ਕੋਈ ਕੁਐਸਚਨ ਹੈ, ਤੁਹਾਨੂੰ ਲੱਗਦਾ ਕਿ ਉਹ ਕੁਐਸਚਨ ਤੁਸੀਂ ਸਾਨੂੰ ਫੇਸਬੁੱਕ ਮੈਸੇਜ ਕਰ ਸਕਦੇ ਹੋ, ਐਂਡ ਉਸ ਮੈਸੇਜ ਉਸ ਕੁਐਸਚਨ ਨੂੰ ਅਸੀਂ ਇੱਕ ਡਿਸਕਸ ਕਰਾਂਗੇ ਵਿਦਆਊਟ ਤੁਹਾਡੀ ਕੌਨਫੀਡੈਂਸ਼ੀਅਲਿਟੀ ਬ੍ਰੀਚ ਕੀਤੇ ਹੋਏ ਜਾਂ ਕਿਸੇ ਨੂੰ ਪਤਾ। ਸੋ ਤੁਸੀਂ ਕੋਈ ਵੀ ਕੁਐਸਚਨ ਆ ਫੇਸਬੁੱਕ ਰਾਹੀਂ ਮੈਸੇਜ ਰਾਹੀਂ ਭੇਜ ਸਕਦੇ ਹੋ, ਐਂਡ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਉਹਨਾਂ ਕੁਐਸਚਨਾਂ ਦੇ ਆਨਸਰ ਦੇਣ ਦੀ। ਅੱਜ ਸਾਡੀ 10th ਕਲਾਸ ਸੀ। ਮੈਂ ਹਾਈਲੀ ਰੈਕਮੈਂਡ ਕਰੂੰਗੀ ਕਿ ਇੱਕ ਐਡਿਕਸ਼ਨ ਦੀ ਜਿਹੜੀ ਬਿਮਾਰੀ ਉਹ ਛੇਤੀ ਨਹੀਂ ਛੁੱਟਦੀ, ਵਕਤ ਲੱਗਦਾ ਵਾ, ਟਾਈਮ ਲੱਗਦਾ, ਐਂਡ ਸਾਨੂੰ ਮਦਦ ਦੀ ਲੋੜ ਪੈਂਦੀ ਆ। ਸੋ ਪਲੀਜ਼ ਕਿਸੇ ਪ੍ਰੋਫੈਸ਼ਨਲ ਹੈਲਪ ਦੇ ਨਾਲ ਲਵੋ, ਐਂਡ ਆਪਦੇ ਲਈ ਇੱਕ ਟਰੀਟਮੈਂਟ ਪਲਾਨ ਤਿਆਰ ਕਰੋ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਦੇ ਨਾਲ। ਐਂਡ ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਨਾ ਵਾ ਬੇਸਿਕਲੀ ਇੱਕ ਬਹੁਤ ਵੱਡਾ ਸਟੈਪ ਆ ਐਡਿਕਸ਼ਨ ਦੇ ਵਿੱਚ। ਐਡਿਕਸ਼ਨ ਦੀ ਬਿਮਾਰੀ ਨਾਲ ਜਦੋਂ ਅਸੀਂ ਜੂਝ ਰਹੇ ਹੁੰਦੇ ਹਾਂ। ਸੋ ਅੱਜ ਅਸੀਂ ਗੱਲ ਕਰਨ, ਬਾਕੀ ਸਾਰੇ ਟਾਈਮ ਟੂ ਟਾਈਮ ਜਿਹੜੇ ਦੂਸਰੇ ਵੀ ਲਾਈਵ ਵੀਡੀਓਜ਼ ਆਉਂਦੇ ਰਹਿਣਗੇ, ਉਹ ਵੀ ਆਉਂਦੀਆਂ ਰਹਿਣਗੀਆਂ। ਜੇ ਤੁਹਾਡਾ ਕੋਈ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਉਹ ਕੁਐਸਚਨ ਪਾ ਸਕਦੇ ਹੋ, ਐਂਡ ਮੈਂ ਉਹ ਤੁਹਾਡਾ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗੀ। ਹਾਂਜੀ, ਸੋ ਅੱਜ ਅਸੀਂ ਡਿਸਕਸ ਕਰਾਂਗੇ ਮਦਦ ਮੰਗਣਾ। ਬਿਕਾਜ਼ ਐਂਡ ਇਹ ਰਿਸਰਚ ਦੇ ਹਿਸਾਬ ਨਾਲ ਸਭ ਨੂੰ ਮਦਦ ਮੰਗਣਾ ਬੜਾ ਔਖਾ ਲੱਗਦਾ ਵਾ। ਇਹ ਕਹਿਣਾ ਜਾਂ ਬਹੁਤ ਸੌਖਾ ਵਾ ਕਿ ਮਦਦ ਮੰਗਣੀ ਤਾਂ ਚੰਗੀ ਚੀਜ਼ ਆ, ਮਦਦ ਮੰਗ ਸਕਦੇ ਅਸੀਂ, ਮੰਗਦੇ ਹਾਂ। ਮਦਦ ਮੰਗਣੀ ਸਾਨੂੰ ਬਹੁਤ ਔਖੀ ਲੱਗਦੀ ਹੈ, ਕਿਉਂ ਇੱਕ ਇਹ ਡਿਪੈਂਡੈਂਸੀ ਅੱਡ ਹੁੰਦੀ ਹੈ ਜਿਹੜੀ ਆਪਾਂ ਕਿਸੇ ਹੋਰ ਦਿਨ ਗੱਲ ਕਰਾਂਗੇ। ਇੱਕ ਮਦਦ ਮੰਗਣਾ, ਇੱਕ ਹੈਲਪ ਮੰਗਣਾ, ਅਸੀਂ ਕੀ ਹੈ, ਅਸੀਂ ਉਸ ਕਲਚਰ ਦੇ ਵਿੱਚ ਰਹਿੰਦੇ ਹਾਂ, ਐਂਡ ਸਪੈਸ਼ਲੀ ਜਿਹੜੇ ਐਡਿਕਸ਼ਨ ਦੇ ਵਿੱਚ ਲੋਕ ਹੁੰਦੇ ਨੇ, ਇਹਨਾਂ ਨੂੰ ਮਦਦ ਲੈਣਾ ਦੂਸਰੇ ਤੋਂ ਬੜਾ ਔਖਾ ਲੱਗਦਾ, ਮਦਦ ਮੰਗਣਾ ਇਹਨਾਂ ਤੋਂ ਬੜਾ ਔਖਾ ਲੱਗਦਾ ਵਾ। ਐਂਡ ਸਾਨੂੰ ਸਾਰਿਆਂ ਨੂੰ ਟਾਈਮ ਟੂ ਟਾਈਮ ਮਦਦ ਮੰਗਣੀ ਔਖੀ ਲੱਗਦੀ ਹੈ। ਕਿਉਂ ਔਖੀ ਲੱਗਦੀ ਉਹਦੀ ਆਪਾਂ ਗੱਲ ਕਰਾਂਗੇ। ਸੋ ਫਸਟ ਆਫ ਆਲ ਸਾਨੂੰ ਮਦਦ ਮੰਗਣੀ ਇਸ ਕਰਕੇ ਔਖੀ ਲੱਗਦੀ ਕਿ ਅਸੀਂ ਇਹੋ ਜਿਹੇ ਕਲਚਰ 'ਚ ਰਹਿੰਦੇ ਹਾਂ ਜਿੱਥੇ ਸਾਨੂੰ ਇਸ ਚੀਜ਼ ਦਾ ਪਾਠ ਪੜ੍ਹਾਇਆ ਜਾਂਦਾ ਵਾ ਕਿ ਤੂੰ ਆਪਦੇ ਆਪ ਕਰਨਾ, ਸੈਲਫ ਰਿਲਾਇੰਸ, ਆਪਦੇ ਆਪ 'ਚ ਸੈਲਫ ਇੰਡੀਪੈਂਡੈਂਟ ਬਣਦਾ, ਤੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ। ਲੋਕੀ ਅਪਲਾਡ ਕਰਦੇ, ਲੋਕੀ ਤਾੜੀਆਂ ਮਾਰਦੇ ਜਦੋਂ ਤੁਸੀਂ ਕੋਈ ਚੀਜ਼ ਆਪਦੇ ਦਮ ਤੇ ਕਰਦੇ ਹੋ ਐਂਡ ਕਿਸੇ ਦੀ ਮਦਦ ਨਹੀਂ ਲੈਂਦੇ। ਸੋ ਅਸੀਂ ਉਹ ਜਿਹੇ ਕਲਚਰ ਦੇ ਵਿੱਚ ਰਹਿ ਰਹੇ ਹਾਂ ਕਿ ਜਿੱਥੇ ਲੋਕੀ ਸਾਨੂੰ ਅਪਲਾਡ ਕੀਤਾ ਜਾਂਦਾ, ਜਿੱਥੇ ਲੋਕਾਂ ਦੀ ਕਦਰ ਕੀਮਤ ਜ਼ਿਆਦਾ ਵੱਧਦੀ ਹੈ ਜਦੋਂ ਮਦਦ ਨਹੀਂ ਲੈਂਦੇ, ਮੰਗਦੇ ਗੇ। ਸੋ ਜਦੋਂ ਅਸੀਂ ਇਹੋ ਜਿਹੇ ਕਲਚਰ ਦੇ ਵਿੱਚ ਰਹਿੰਦੇ ਹਾਂ, ਹੁੰਦਾ ਕੀ ਆ ਕਿ ਅਸੀਂ ਆਪਦੀ ਜਿਹੜੀ ਮਦਦ ਲੈਣੀ ਹੁੰਦੀ ਆ ਪੁਸ਼ ਕਰ ਦਿੰਦੇ ਹਾਂ, ਬਿਕਾਜ਼ ਕਲਚਰ ਸਾਨੂੰ ਦੁਨੀਆ ਲੈਵਲ 'ਤੇ ਸਾਨੂੰ ਇੱਜ਼ਤ ਜ਼ਿਆਦਾ ਮਿਲਦੀ ਜਦੋਂ ਅਸੀਂ ਕਿਸੇ ਦੀ ਮਦਦ ਨਹੀਂ ਮੰਗਦੇ। ਕਿ ਸਾਨੂੰ ਆਪਦਾ ਸੈਲਫ ਰਿਲਾਇੰਸ ਜ਼ਿਆਦਾ ਵੱਧਦੀ, ਸਾਨੂੰ ਲੱਗਦਾ ਕਿ ਅਸੀਂ ਆਪਦੇ ਆਪ 'ਤੇ ਰਿਲਾਇੰਸ, ਅਸੀਂ ਸੈਲਫ ਇੰਡੀਪੈਂਡੈਂਟ ਆ, ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ। ਪਰ ਇਹ ਜਿਹੜਾ ਬਲੀਫ ਸਿਸਟਮ ਆ, ਇਹ ਜਿਹੜਾ ਮਾਨਸਿਕ ਵਿਚਾਰ ਆ, ਉਹ ਬੜਾ ਡੇਂਜਰਸ ਆ ਸਾਡੇ ਵਾਸਤੇ। ਸਾਡੇ ਨਾਲ ਕਿਸੇ ਵੀ ਚੀਜ਼ ਦੇ, ਹਰ ਇਨਸਾਨ ਨੂੰ, ਸਾਨੂੰ ਸਾਰਿਆਂ ਨੂੰ ਮਦਦ ਦੀ ਲੋੜ ਹੈ। ਅਸੀਂ ਜਿਉਂਦੇ ਇੱਕ ਮਦਦ 'ਤੇ ਹਾਂ। ਤੁਸੀਂ ਦੇਖੋ ਵੀ ਇੱਕ ਜਿਹੜੇ ਇਨਵਾਇਰਮੈਂਟ ਦੇ ਨਾਲ ਰਲ ਕੇ ਚਾਹੁੰਦੇ ਹਾਂ ਅਸੀਂ, ਬਿਨਾਂ ਇਕੱਲਾ ਇਨਸਾਨ ਇੱਕ ਦੁਨੀਆ ਦੇ ਜਿਉ ਨਹੀਂ ਸਕਦਾ ਵਾ। ਇਸ ਕਰਕੇ ਹਰ ਤਰ੍ਹਾਂ ਦੀ ਜਿਹੜੀ ਸਾਨੂੰ ਇਨਵਾਇਰਮੈਂਟ ਤੋਂ ਵੀ ਮਦਦ ਮਿਲਦੀ, ਤੁਹਾਨੂੰ ਦੂਸਰੇ ਇਨਸਾਨਾਂ ਤੋਂ ਵੀ ਮਦਦ ਮਿਲਦੀ ਆ। ਪਰ ਅਸੀਂ ਮਦਦ ਇਸ ਕਰਕੇ ਨਹੀਂ ਮੰਗਣਾ ਚਾਹੁੰਦੇ ਅੱਜ ਕੱਲ੍ਹ ਦੇ ਕਲਚਰ 'ਚ, ਬਿਕਾਜ਼ ਸਾਨੂੰ ਲੱਗਦਾ ਕਿ ਲੋਕ ਸਾਨੂੰ ਜੱਜ ਕਰਨਗੇ, ਲੋਕ ਸਾਨੂੰ ਕਮਜ਼ੋਰ ਸਮਝਣਗੇ ਜੇ ਅਸੀਂ ਮਦਦ ਮੰਗੀ ਆ। ਐਂਡ ਜਦੋਂ ਅਸੀਂ ਮਦਦ ਨਹੀਂ ਮੰਗਦੇ, ਲੋਕ ਸਾਨੂੰ ਤਾਕਤਵਰ ਸਮਝਦੇ ਆ। ਐਂਡ ਦੂਸਰਾ, ਸਾਨੂੰ ਰਿਜੈਕਸ਼ਨ ਤੋਂ ਡਰ ਲੱਗਦਾ ਵਾ। ਸਾਨੂੰ ਲੱਗਦਾ ਕਿ ਜੇ ਮੈਂ ਮਦਦ ਮੰਗ ਲਈ, ਅਗਲੇ ਨੇ ਨਾ ਕਹਿਤੀ ਤੇ ਮੇਰਾ ਤਾਂ ਕੁਝ ਰਹਿਣਾ ਹੀ ਨਹੀਂ, ਮੈਂ ਤਾਂ ਟਾਟੇਰੀ ਹੋ ਜਾਣਾ ਵਾ। ਸੋ ਇਸ ਚੀਜ਼ 'ਤੇ ਤੁਸੀਂ ਇਹ ਵੀ ਦੇਖੋ ਕਿ ਸਾਨੂੰ ਮਦਦ ਮੰਗਣ ਵਾਸਤੇ ਸਿਖਾਇਆ ਕੀ ਗਿਆ ਦੁਨੀਆ 'ਚ, ਸਾਡੇ ਪਰਿਵਾਰਾਂ ਦੇ ਵਿੱਚ ਸਾਨੂੰ ਮਦਦ ਮੰਗਣ ਲਈ ਸਿਖਾਇਆ ਕੀ ਗਿਆ। ਬਿਕਾਜ਼ ਇਹ ਵੀ ਇੱਕ ਮਸਲਾ, ਜਿਹੜਾ ਇਹ ਵੀ ਇੱਕ ਆਦਤ ਆ, ਐਂਡ ਆਦਤਾਂ ਸਾਨੂੰ ਕਿਹੜੀਆਂ ਸਿਖਾਈਆਂ ਗਈਆਂ, ਇੱਕ ਮਾਨਸਿਕ ਆਦਤ ਆ। ਸੋ ਮਾਨਸਿਕ ਆਦਤ ਆ, ਸਾਨੂੰ ਮਦਦ ਮੰਗਣ ਬਾਰੇ ਕੀ ਸਿਖਾਇਆ ਗਿਆ। ਤੁਸੀਂ ਜਦੋਂ ਵੱਡੇ ਹੋ ਰਹੇ ਸੀ ਆਪਦੇ ਘਰ ਦੇ ਵਿੱਚ, ਕਿ ਲੋਕ ਮਦਦ ਮੰਗਦੇ ਸੀ, ਜਾਂ ਜਦੋਂ ਜਿਹੜਾ ਤੁਹਾਡੇ ਕੋਲੇ ਘਰੇ ਤੁਹਾਡੇ ਮਦਦ ਮੰਗਣ ਆਉਂਦਾ ਸੀ ਤੇ ਤੁਹਾਡੇ ਮਾਂ-ਬਾਪ ਰਲ ਕੇ ਉਹਨੂੰ ਜੱਜ ਕਰਦੇ ਸੀ, ਉਹਨੂੰ ਕਮਜ਼ੋਰ ਸਮਝਦੇ ਸੀ, ਉਹਨੂੰ ਸੋਚਦੇ ਸੀਗੇ ਕਿ ਇਹ ਇਨਸਾਨ ਤਾਂ ਬਹੁਤ ਕਮਜ਼ੋਰ ਹੈ ਜਿਹੜਾ ਮਦਦ ਮੰਗ ਰਿਹਾ। ਤੁਸੀਂ ਆਪਦੇ ਬਚਪਨ ਦੇ ਵਿੱਚ ਕਿਹੋ ਜਿਹੇ ਮੈਸੇਜ ਸੁਣੇ? ਮੈਨੂੰ ਪਤਾ ਹੈਗਾ ਕਿ ਅਸੀਂ ਕਲਚਰ ਦੇ ਵਿੱਚ, ਮੈਂ ਵੀ ਇੱਦਾਂ ਦੇ ਮੈਸੇਜ ਸੁਣੇ ਆ ਜਿੱਥੇ ਮੈਨੂੰ ਪਤਾ ਵੀ ਜਦੋਂ ਕੋਈ ਮਦਦ ਮੰਗਦਾ ਸੀ, ਅਸੀਂ ਆਲੇ ਦੁਆਲੇ ਉਹਨੂੰ ਜੱਜ ਕਰਦੇ ਹੁੰਦੇ ਸੀ। ਅਸੀਂ ਸੋਚਦੇ ਹੁੰਦੇ ਸੀ ਉਹ ਕਮਜ਼ੋਰ ਇਨਸਾਨ ਆ ਤਾਂ ਜੋ ਮਦਦ ਮੰਗ ਰਿਹਾ ਵਾ, ਐਂਡ ਉਹ ਤਾਕਤਵਰ ਨਹੀਂ ਇਨਸਾਨ ਹੈ। ਜਿਹੜਾ ਇਨਸਾਨ ਆਪਦੇ ਅੰਦਰ ਇਹਦਾ ਮਦਦ ਨਹੀਂ ਸੀ ਮੰਗਦਾ ਸੀ, ਉਹਨੂੰ ਤਾਕਤਵਰ ਸਮਝਦੇ ਸੀ। ਸੋ ਬਚਪਨ ਦੇ ਵਿੱਚ ਥੋੜ੍ਹਾ ਜਿਹਾ ਉਹਦੇ ਵਿੱਚ ਜਾ ਕੇ ਦੇਖੋ, ਜੇ ਤੁਸੀਂ ਐਡਿਕਸ਼ਨ ਬਿਮਾਰੀ ਨਾਲ ਵੀ ਜੂਝ ਰਹੇ ਹੋ, ਜਾਂ ਤੁਸੀਂ ਨੋਰਮਲ ਵੀ ਤੁਹਾਨੂੰ ਪ੍ਰੋਬਲਮ ਆ ਮਦਦ ਮੰਗਣ ਦੀ, ਇਹ ਸੋਚੋ ਕਿ ਮੈਨੂੰ ਮਦਦ ਮੰਗਣੀ ਕਿਉਂ ਔਖੀ ਲੱਗਦੀ, ਮੈਨੂੰ ਕਿਹੋ ਜਿਹੇ ਮੈਸੇਜ ਹੈ। ਜਦੋਂ
ਸਾਡੇ ਘਰ ਦੇ ਵਿੱਚ ਕੋਈ ਮਦਦ ਮੰਗਣ ਆਉਂਦਾ ਸੀ, ਅਸੀਂ ਉਹਨੂੰ ਕਿਹੋ ਜਿਹਾ ਸਮਝਦੇ ਸੀਗੇ। ਸਾਡੇ ਮਾਂ-ਬਾਪ ਦੇ ਕੀ ਮੈਸੇਜ ਹੁੰਦੇ ਸੀਗੇ ਕਿ ਉਹ ਸਾਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਆਪ ਦਾ ਆਪੇ ਕਰੋ, ਕਿਸੇ ਨੇ ਨਹੀਂ ਤੁਹਾਡਾ ਕਰਨਾ। ਕੀ ਅਸੀਂ ਇਹੋ ਜਿਹੇ ਮਾਨਸਿਕ ਵਿਚਾਰ ਨਾਲ ਵੱਡੇ ਹੋਏ ਹਾਂ? ਕਿ ਸਾਡੇ ਇਹੋ ਜਿਹੇ ਦਿਮਾਗ ਨੂੰ ਸਾਨੂੰ ਮਾਨਸਿਕ ਭੋਜਨ ਮਿਲਿਆ ਕਿ ਆਪਦੇ ਆਪ ਕਰਨਾ, ਕੋਈ ਕਿਸੇ ਦਾ ਨਹੀਂ ਹੁੰਦਾ ਗਾ, ਕੋਈ ਕਿਸੇ ਦਾ ਇੱਥੇ ਸਾਥੀ ਨਹੀਂ ਹੈਗਾ, ਸਭ ਆਪੋ ਆਪਣੇ ਖੇਡ ਦੇ ਵਿੱਚ ਲੱਗੇ ਹੋਏ, ਇੱਥੇ ਨਾ ਇੱਥੇ ਕਿਸੇ ਨੇ ਮਦਦ ਕਰਨੀ ਆ, ਕਿਸੇ ਤੇ ਰਿਲਾਈ ਵੀ ਨਾ ਕਰੋ, ਕੋਈ ਕਿਸੇ ਤੇ ਆਪਦੇ ਆਪ ਨੂੰ ਡਿਪੈਂਡ ਨਾ ਕਰਾਓ, ਆਪਦਾ ਜੇ ਕੋਈ ਤੁਹਾਡੀਆਂ ਪ੍ਰੋਬਲਮ ਆ ਸਿਰਫ ਆਪਦੇ ਅੰਦਰ ਆਪ ਸੋਲਵ ਕਰਨ ਦੀ ਕੋਸ਼ਿਸ਼ ਕਰੋ, ਕਿਸੇ ਨੂੰ ਨਾ ਦੱਸੋ। ਤੁਸੀਂ ਕਿਹੋ ਜਿਹੇ ਮਨ ਦੇ ਵਿਚਾਰ ਸੁਣਿਆ ਵੱਡੇ ਹੋ ਕੇ, ਐਂਡ ਤੁਹਾਡੇ ਪਰਿਵਾਰ ਦੇ ਕਿਹੋ ਜਿਹੇ ਵਿਚਾਰ ਆ। ਬਿਕਾਜ਼ ਜੇ ਤੁਸੀਂ ਇਸ ਚੀਜ਼ ਤੇ ਐਨਾਲਾਈਜ਼ ਕਰੋ ਨਾ ਕਿ ਤੁਹਾਡੇ ਪਰਿਵਾਰ ਦੇ ਵਿਚਾਰ ਵੈਰੀ ਸਿਮਿਲਰ ਆ ਜਿਹੜੇ ਤੁਹਾਡੇ ਵਿਚਾਰ ਆ, ਬਿਕਾਜ਼ ਤੁਹਾਡੇ ਵਿਚਾਰ ਤੁਹਾਡੇ ਪਰਿਵਾਰ ਦੇ ਵਿਚਾਰਾਂ ਤੋਂ ਆਏ ਆ। ਸੋ ਤੁਹਾਡੇ ਪਰਿਵਾਰ ਦੇ ਲੋਕ ਮਦਦ ਮੰਗਣ ਦੇ ਵਿੱਚ ਕਿੰਨਾ ਕੁ ਆਪਦੇ ਆਪ 'ਚ ਕੰਫਰਟੇਬਲ ਮਹਿਸੂਸ ਕਰਦੇ ਸੀ, ਜਾਂ ਉਹ ਮਹਿਸੂਸ ਕਰਦੇ ਸੀ ਕਿ ਮਦਦ ਮੰਗਣਾ ਤਾਂ ਕਮਜ਼ੋਰੀ ਆ ਤੇ ਮੈਂ ਨਹੀਂ ਮੰਗਣੀ। ਸੋ ਤੁਸੀਂ ਆਪਦੇ ਆਪ 'ਚ ਉਹ ਐਨਾਲਾਈਜ਼ ਕਰ ਸਕਦੇ, ਬਿਕਾਜ਼ ਉਹ ਮਾਨਸਿਕ ਵਿਚਾਰ, ਉਹ ਮਾਨਸਿਕ ਆਦਤ ਤੁਸੀਂ ਆਪਦੇ ਦਿਮਾਗ ਦੇ ਵਿੱਚ ਅੱਜ ਵੀ ਚੱਕੀ ਫਿਰਦੇ ਹੋ, ਜਿਹੜੀ ਕਿ ਜਦੋਂ ਤੁਹਾਨੂੰ ਬਹੁਤ ਮਦਦ ਦੀ ਲੋੜ ਵੀ ਹੁੰਦੀ ਆ ਤੁਸੀਂ ਮਦਦ ਨਹੀਂ ਮੰਗਦੇ, ਬਿਕਾਜ਼ ਤੁਹਾਨੂੰ ਡਰ ਲੱਗਦਾ ਵਾ ਕਿ ਮੈਂ ਕਮਜ਼ੋਰ ਗਿਣਿਆ ਜਾਊਂਗਾ। ਐਂਡ ਜਿੰਨਾ ਚਿਕ ਅਸੀਂ ਇਹ ਵਿਚਾਰ ਦੀਆਂ ਆਹ ਰੋੜੇ ਨਹੀਂ ਨਾ ਪਾਸੇ ਕਰਦੇ ਕਿ ਅਸੀਂ ਕਿਉਂ ਨਹੀਂ ਮਦਦ ਮੰਗਦੇ, ਬਿਕਾਜ਼ ਐਡਿਕਸ਼ਨ ਦੇ ਵਿੱਚ ਕੀ ਲੋਕ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਲੋਕ ਓਵਰਡੋਜ਼ ਕਰਦੇ ਜਾਂ ਕੋਈ ਹੋਰ ਪ੍ਰੋਬਲਮ ਕਰਦੇ ਆ, ਪਰ ਉਹ ਇਹ ਨਹੀਂ ਦੱਸਣਗੇ ਕਿ ਮੈਨੂੰ ਐਡਿਕਸ਼ਨ ਦੀ ਪ੍ਰੋਬਲਮ ਆ, ਪਰ ਕਿਉਂਕਿ ਮਦਦ ਨਹੀਂ ਮੰਗਣਾ ਚਾਹੁੰਦੇ, ਕਿਉਂਕਿ ਉਹ ਚੀਜ਼ ਅਸੀਂ ਆਪਦੇ ਆਪ 'ਚ ਹੀ ਹੈਂਡਲ ਕਰਨਾ ਮੰਗਦੇ ਆ। ਸੋ ਮਦਦ ਲੈਣਾ, ਇਸ ਬਿਮਾਰੀ ਦੇ ਵਿੱਚ ਮਦਦ ਲੈਣਾ ਬੜਾ ਜ਼ਰੂਰੀ ਆ। ਸਾਨੂੰ ਸਾਰਿਆਂ ਨੂੰ ਮਾਨਸਿਕ ਮਦਦ ਚਾਹੀਦੀ, ਸਾਨੂੰ ਇਨਕਲੂਡਿੰਗ ਮੈਂ, ਚਾਹੇ ਮੈਂ ਇਸ ਫੀਲਡ ਦੇ ਵਿੱਚ ਕੰਮ ਕਰਦੀ ਹਾਂ, ਪਰ ਮੈਨੂੰ ਵੀ ਮਾਨਸਿਕ ਮਦਦ ਚਾਹੀਦੀ ਆ। ਸਪੈਸ਼ਲੀ ਜਦੋਂ ਅਸੀਂ ਐਡਿਕਸ਼ਨ ਦੀ ਬਿਮਾਰੀ ਵਿੱਚੋਂ ਨਿਕਲਦੇ ਹਾਂ, ਸਾਨੂੰ ਮਦਦ ਚਾਹੀਦੀ ਹੈ। ਬਿਕਾਜ਼ ਇੱਕ ਟਰੀਟਮੈਂਟ ਜਿਹੜਾ ਇੱਕ ਆਦਮੀ ਨੇ ਇੱਕ ਨਸ਼ੇ 'ਚੋਂ ਨਿਕਲਣਾ ਨਾ, ਉਹ ਇੱਕ ਟੀਮ ਲੱਗਦੀ ਹੈ ਉਸ ਨੂੰ ਠੀਕ ਕਰਨ ਵਾਸਤੇ। ਇਕੱਲਾ ਇੱਕ ਆਪਦੇ ਆਪ ਦੇ ਲੈਵਲ 'ਤੇ ਉਹ ਬਹੁਤ ਔਖਾ ਵਾ ਇੱਕ ਇਨਸਾਨ ਨੂੰ। ਸੋ ਟੀਮ ਲੱਗਦੀ, ਸਾਡੇ ਪਰਿਵਾਰ ਦੇ ਮੈਂਬਰ ਲੱਗਦੇ, ਸਾਡੇ ਦੋਸਤ ਮਿੱਤਰ ਲੱਗਦੇ, ਇੱਕ ਟਰੀਟਮੈਂਟ, ਸਾਰੇ ਥਾਵਾਂ 'ਤੇ ਸਾਨੂੰ ਮਦਦ ਮਿਲਦੀ ਹੈ ਤਾਂ ਅਸੀਂ ਇਸ ਬਿਮਾਰੀ ਤੋਂ ਉੱਭਰ ਕੇ ਆਉਣੇ ਆ। ਸੋ ਜੇ ਤੁਸੀਂ ਪਰਿਵਾਰ ਵੀ ਹੋ ਕਿਸੇ ਇਨਸਾਨ ਦੇ ਜਿਹਨੂੰ ਨਸ਼ੇ ਜਿਹੜਾ ਐਡਿਕਸ਼ਨ ਦੇ ਵਿੱਚ ਆ, ਤੁਸੀਂ ਇਹ ਵੀ ਸੋਚਣਾ ਕਿ ਮੇਰਾ ਪਾਰਟ ਕਿਵੇਂ ਆ, ਮੈਂ ਕਿਵੇਂ ਮਦਦ ਕਰ ਸਕਦਾ ਵਾਂ। ਸੋ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਐਡਿਕਸ਼ਨ ਦੇ ਵਿੱਚ ਹੋ, ਤੁਹਾਨੂੰ ਇਸ ਚੀਜ਼ 'ਤੇ ਆਪਦੇ ਵਿਚਾਰ ਨੂੰ ਬਦਲਣ ਦੀ ਕੋਸ਼ਿਸ਼ ਕਰੋ ਕਿ ਮਦਦ ਮੰਗਣਾ ਕਮਜ਼ੋਰੀ ਨਹੀਂ, ਮਦਦ ਮੰਗਣਾ ਇੱਕ ਸਮਝਦਾਰੀ ਆ, ਮਦਦ ਮੰਗਣਾ ਇੱਕ ਬਹਾਦਰੀ ਆ, ਸਮਝਦਾਰੀ ਆ। ਜਦੋਂ ਤੁਹਾਡੇ ਫੋਰ ਐਗਜ਼ਾਮਪਲ ਜੇ ਤੁਹਾਡੇ ਤੇ 10 ਇੱਟਾਂ ਸਿਰ ਤੇ ਉੱਚੀਆਂ ਪਈਆਂ ਵਾ, ਸਮਝਦਾਰੀ ਹੈ ਕਿ ਤੁਸੀਂ ਕਿਸੇ ਨੂੰ ਕਹੋ ਕਿ ਦੇਖ ਮੇਰੇ ਨਾਲ ਥੋੜ੍ਹੀਆਂ ਇੱਟਾਂ ਚੁਕਾ ਦੇ, ਮੈਂ 10 ਇੱਟਾਂ ਨਹੀਂ ਮੈਂ ਸਿਰ ਤੇ ਚੱਕ ਸਕਦਾ, ਮੈਂ ਸਿਰਫ 5 ਹੀ ਚੱਕ ਸਕਦਾ ਵਾਂ, ਮੇਰੀ ਹੈਲਪ ਕਰਾ ਦੇ, ਮੈਥੋਂ ਇਹਦਾ ਭਾਰ ਮੇਰੇ ਥੋੜ੍ਹਾ ਜਿਹਾ ਥੱਲੇ ਲਾ ਦੇ। ਕਿਉਂਕਿ ਜੇ ਤੁਸੀਂ 10 ਇੱਟਾਂ ਚੱਕੀਆਂ ਸਿਰਫ ਇਸੇ ਕਰਕੇ ਕਿ ਤੁਸੀਂ ਦੂਸਰੇ ਨੂੰ ਦਿਖਾਉਣਾ ਕਿ ਮੈਂ ਕਿੰਨਾ ਤਾਕਤਵਰ ਆ, ਤੁਸੀਂ ਕੀ ਹੋਊਗਾ, ਤੁਸੀਂ ਆਪਦੇ ਆਪ ਦੇ ਵਿੱਚ ਬਹੁਤ ਕਮਜ਼ੋਰ ਹੋ ਜਾਓਗੇ। ਐਂਡ ਉਸ ਦਿਖਾਉਣ ਦੇ ਵਿੱਚ, ਉਸ ਦਿਖਾਵੇ ਦੇ ਵਿੱਚ ਤੁਸੀਂ ਆਲਰੇਡੀ ਕਮਜ਼ੋਰ ਪੈ ਗਏ, ਐਂਡ ਤੁਸੀਂ ਕੀ ਹੋਊਗਾ, ਕਲੈਪਸ ਹੋ ਜਾਓਗੇ। ਸੋ ਇਵੇਂ ਹੀ ਸਾਡਾ ਮਾਨਸਿਕ ਤਣਾਅ ਆ, ਅਸੀਂ ਮਾਨਸਿਕ ਤਣਾਅ ਦਾ ਆਪਦੇ ਆਪ ਐਡਾ ਵੱਡਾ ਪਹਾੜ ਚੱਕਿਆ ਹੋਇਆ, ਐਂਡ ਸਾਨੂੰ ਲੱਗਦਾ ਕਿ ਅਸੀਂ ਇਕੱਲੇ ਹੀ ਪਹਾੜ ਚੱਕਣਾ ਵਾ, ਐਂਡ ਸਾਨੂੰ ਲੱਗਦਾ ਕਿ ਅਸੀਂ ਕਿਸੇ ਨੂੰ ਮਦਦ ਨਹੀਂ ਮੰਗਣੀ, ਕਿਉਂਕਿ ਮਦਦ ਮੰਗ ਲਈ ਤਾਂ ਅਸੀਂ ਕਮਜ਼ੋਰ ਮਹਿਸੂਸ ਕਰਾਂਗੇ, ਐਂਡ ਹੋ ਸਕਦਾ ਮਦਦ ਮੰਗੀਏ ਤਾਂ ਅਗਲਾ ਮਦਦ ਕਰੇ ਵੀ ਨਾ, ਰਿਜੈਕਸ਼ਨ ਵੀ ਮਹਿਸੂਸ ਕਰ ਸਕਦੇ ਹਾਂ। ਸੋ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਕਿੱਦਾਂ ਦੇ ਮੈਸੇਜ ਮਿਲੇ, ਮੈਂ ਅਗੇਨ ਕਹਿ ਰਹੀ ਹਾਂ, ਮਦਦ ਮੰਗਣਾ ਇੱਕ ਸਮਝਦਾਰੀ ਤੇ ਇੱਕ ਬਹਾਦਰੀ ਆ, ਮਦਦ ਮੰਗਣਾ ਇੱਕ ਕਮਜ਼ੋਰੀ ਨਹੀਂ ਹੈਗਾ। ਇਹ ਵਿਚਾਰ ਨੂੰ ਜ਼ਿਆਦਾ ਫਿਰ ਦੁਬਾਰਾ ਟਟੋਲੋ ਤਾਂ ਜੋ ਤੁਸੀਂ ਆਪਦਾ ਵਿਚਾਰ ਬਦਲ ਸਕੋ। ਐਂਡ ਉਹਦੇ ਬਾਰੇ ਤੁਸੀਂ ਕੀ ਕਰ ਸਕਦੇ ਹੋ, ਜਦੋਂ ਕੋਈ ਤੁਹਾਡੇ ਤੋਂ ਮਦਦ ਮੰਗਣ ਆਉਂਦਾ ਤੁਸੀਂ ਉਸ ਬਾਰੇ ਕੀ ਸੋਚਦੇ ਹੋ। ਬਿਕਾਜ਼ ਜਦੋਂ ਤੁਹਾਡੇ ਕੋਲ ਕੋਈ ਮਦਦ ਮੰਗਣ ਆਉਂਦਾ ਤੇ ਤੁਸੀਂ ਉਹਨੂੰ ਕਮਜ਼ੋਰ ਸੋਚਦੇ ਹੋ, ਇਹਦਾ ਮਤਲਬ ਹੈ ਤੁਸੀਂ ਵੀ ਆਪ ਡਰਦੇ ਹੋ ਮਦਦ ਮੰਗਣ ਤੋਂ, ਇਸ ਕਰਕੇ ਤੁਸੀਂ ਵੀ ਨਹੀਂ ਮਦਦ ਮੰਗੋਗੇ, ਤੁਹਾਨੂੰ ਲੱਗਦਾ ਕਿ ਦੂਸਰਾ ਵੀ ਤੁਹਾਨੂੰ ਕਮਜ਼ੋਰ ਸਮਝੂ। ਸੋ ਰਿਸਪੈਕਟ ਕਰਨੀ ਸਟਾਰਟ ਕਰੋ ਜਿਹੜੇ ਲੋਕ ਮਦਦ ਕਰਦੇ ਆ, ਐਂਡ ਕਰੋ ਉਹਨਾਂ ਨੂੰ ਇੱਕ ਕਹਿ ਵੀ ਦਿਓ ਕਿ ਕਿੱਡੀ ਵੱਡੀ ਬਹਾਦਰੀ ਆ ਕਿ ਤੂੰ ਮਦਦ ਮੰਗੀ। ਕਈ ਵਾਰ ਮੇਰੇ ਕੋਲ ਲੋਕ ਜਦੋਂ ਕਾਉਂਸਲਿੰਗ ਦੇ ਵਿੱਚ ਆਉਂਦੇ ਆ, ਕਈ ਵਾਰ ਜਦੋਂ ਲੋਕ ਮੈਸੇजेस ਕਰਦੇ ਆ ਐਡਿਕਸ਼ਨ ਵਾਸਤੇ, ਇਹ ਬਿਗ ਸਟੈਪ ਆ। ਮੈਨੂੰ ਇੱਕ ਮਦਦ ਮੰਗਣਾ ਕਿੱਡੀ ਵੱਡੀ ਬਹਾਦਰੀ ਦੀ ਚੀਜ਼ ਆ। ਮੈਂ ਕਿਸੇ ਕਾਉਂਸਲਰ ਨੂੰ ਮੈਸੇਜ ਕਰਨਾ ਕਿ ਮੈਨੂੰ ਐਡਿਕਸ਼ਨ ਦੀ ਪ੍ਰੋਬਲਮ ਆ, ਮੈਂ ਠੀਕ ਕਰਨਾ ਚਾਹੁੰਦਾ ਵਾਂ, ਕਿਸੇ ਕਾਉਂਸਲਰ ਨੂੰ ਫੋਨ ਕਰਨਾ ਕਹਿਣਾ ਕਿ ਮੈਨੂੰ ਐਡਿਕਸ਼ਨ ਦੀ ਪ੍ਰੋਬਲਮ ਆ, ਮੈਂ ਆਪਦੇ ਆਪ ਨੂੰ ਠੀਕ ਕਰਨਾ ਚਾਹੁੰਦਾ, ਇਹ ਬੜਾ ਵੱਡਾ ਸਟੈਪ ਆ ਐਡਿਕਸ਼ਨ ਦੇ ਵਿੱਚ, ਇੱਕ ਮਦਦ ਮੰਗਣਾ। ਇਸੇ ਹੀ ਸਟੈਪ ਤੇ ਬਹੁਤ ਲੋਕੀ ਪਹੁੰਚ ਨਹੀਂ ਪਾਉਂਦੇਗੇ, ਐਂਡ ਇਸੇ ਕਰਕੇ ਕੀ ਹੁੰਦਾ, ਉਹ ਪਿੱਛੇ ਹੀ ਸਟਰਗਲ ਕਰੀ ਜਾਂਦੇ ਆ। ਸੋ ਤੁਸੀਂ ਆਮ ਦੇਖ ਲਓ ਕਿ ਜਿਹੜੇ ਆਪਾਂ ਨਿਊਜ਼ ਦੇ ਵਿੱਚ ਵੀ ਕਈ ਲੋਕੀ ਦੇਖਦੇ ਆ ਜਿਹੜੇ ਆਪਣੀ ਸੈਲਫ ਹਾਰਮ ਕਰ ਲਏ ਕਿਉਂਕਿ ਉਹ ਮੂਹਰੇ ਨਹੀਂ ਆਏ ਮਦਦ ਮੰਗਣ ਕਿ ਮੈਨੂੰ ਮਦਦ ਚਾਹੀਦੀ ਆ। ਸਾਨੂੰ ਸਾਰਿਆਂ ਨੂੰ ਮਦਦ ਚਾਹੀਦੀ। ਇੱਕ ਘਰ ਦੇ ਵਿੱਚ ਵੀ ਤੁਸੀਂ ਰਹਿੰਦੇ ਨਾ,
ਘਰ ਨੂੰ ਵੀ ਰਿਪੇਅਰ ਦੀ ਲੋੜ ਆ, ਉਹਨੂੰ ਵੀ ਦੂਸਰੇ ਲੋਕ, ਅਸੀਂ ਸਾਰੇ ਘਰ ਦੀਆਂ ਆਪਦੇ ਦੀਆਂ ਪ੍ਰੋਬਲਮਾਂ ਆਪ ਨਹੀਂ ਸੋਲਵ ਕਰ ਸਕਦੇ। ਸਾਡੇ ਘਰ ਦੇ ਵਿੱਚ ਜਿਹੜੀ ਫੈਂਸ ਦੀ, ਪਲੰਬਿੰਗ ਦੀ, ਫਲੋਰਿੰਗ ਦੀ, ਇਹ ਸਾਰੇ ਲੋਕ ਸਾਨੂੰ ਵੱਖਰੇ ਵੱਖਰੇ ਲੋਕ ਚਾਹੀਦੇ ਉਸ ਘਰ ਨੂੰ ਮੇਨਟੇਨ ਤੇ ਉਸ ਘਰ ਨੂੰ ਰਿਪੇਅਰ ਦੇ ਵਿੱਚ ਰੱਖਣ ਲਈ, ਉਸ ਘਰ ਨੂੰ ਮੇਨਟੇਨ ਤੇ ਉਸ ਘਰ ਨੂੰ ਰਿਪੇਅਰ। ਇਵੇਂ ਹੀ ਸਾਡੀ, ਜਿਵੇਂ ਸਾਡੇ ਸਰੀਰ ਨੂੰ ਮੇਨਟੇਨ ਰੱਖਣ ਵਾਸਤੇ, ਸਰੀਰ ਕਰਨ ਵਾਸਤੇ ਵੀ ਸਾਨੂੰ ਲੋਕ ਚਾਹੀਦੇ ਨਾ। ਸਾਨੂੰ ਕਿਡਨੀ ਵਾਲਾ ਡਾਕਟਰ ਵੀ ਚਾਹੀਦਾ, ਸਾਨੂੰ ਹਾਰਟ ਵਾਲਾ ਡਾਕਟਰ ਵੀ ਸਾਨੂੰ ਚਾਹੀਦਾ, ਸਾਨੂੰ ਆਈ ਡਾਕਟਰ ਵੀ ਚਾਹੀਦਾ, ਸਾਨੂੰ ਸਕਿਨ ਡਾਕਟਰ ਵੀ ਚਾਹੀਦਾ ਵਾ, ਸਾਨੂੰ ਸਾਰੇ ਤਰ੍ਹਾਂ ਦੇ ਡਾਕਟਰ ਚਾਹੀਦੇ। ਇੱਦਾਂ ਹੀ ਜਦੋਂ ਅਸੀਂ ਮਾਨਸਿਕ ਤੇ ਦੀ ਆਪਦੇ ਦੀ ਟੇਕ ਕੇਅਰ ਕਰਦੇ, ਸਾਨੂੰ ਬਹੁਤ ਤਰ੍ਹਾਂ ਦੀ ਮਦਦ ਚਾਹੀਦੀ ਆ। ਐਂਡ ਸਭ ਤੋਂ ਪਹਿਲਾਂ ਇਹ ਮੰਨਣਾ ਕਿ ਮੈਨੂੰ ਮਦਦ ਦੀ ਲੋੜ ਆ, ਇਹ ਬੜਾ ਵੱਡਾ ਸਟੈਪ ਆ ਐਡਿਕਸ਼ਨ ਇੱਕ ਰਿਕਵਰੀ ਦੇ ਵਿੱਚ। ਇਹ ਕਹਿਣਾ ਆਪਦੇ ਆਪ ਨੂੰ, ਇਹ ਮਹਿਸੂਸ ਕਰਨਾ ਕਿ ਮੈਂ ਮਦਦ ਨਾਲ ਰਿਕਵਰ ਹੋ ਸਕਦਾ, ਮੈਨੂੰ ਮਦਦ ਦੀ ਲੋੜ ਆ। ਐਂਡ ਕਿ ਜਿਵੇਂ ਮੈਂ ਕਿਹਾ ਪਹਿਲਾਂ ਆਪਦੇ ਵਿਚਾਰ ਟੋਲੋ, ਪਰਿਵਾਰ ਦੇ ਵਿੱਚ ਤੁਹਾਨੂੰ ਕੀ ਮਦਦ ਦਿੱਤੀ ਹੈ। ਐਂਡ ਹੋ ਸਕਦਾ ਪਰਿਵਾਰ ਦੇ ਵਿੱਚ ਤੁਸੀਂ ਪਹਿਲਾਂ ਲੋਕਾਂ ਤੋਂ ਮਦਦ ਮੰਗੀ ਐਂਡ ਲੋਕਾਂ ਨੇ ਤੁਹਾਨੂੰ ਰਿਜੈਕਟ ਕੀਤਾ, ਐਂਡ ਜਦੋਂ ਜਿਹੜੀ ਚੀਜ਼ ਤੋਂ ਸਾਨੂੰ ਰਿਜੈਕਸ਼ਨ ਮਿਲਦੀ, ਅਸੀਂ ਉਹ ਚੀਜ਼ ਦੁਬਾਰਾ ਨਹੀਂ ਕਰਨਾ ਮੰਗਦੇ, ਅਸੀਂ ਉਹ ਚੀਜ਼ ਐਕਸਪੀਰੀਅੰਸ ਐਜ਼ ਹਿਊਮਨ ਅਸੀਂ ਦੁਬਾਰਾ ਨਹੀਂ ਕ੍ਰੀਏਟ ਕਰਨਾ ਚਾਹੁੰਦੇ। ਸੋ ਸਾਨੂੰ ਕੀ ਹੋਇਆ, ਹੋ ਸਕਦਾ ਅਸੀਂ ਘਰ ਦੇ ਵਿੱਚ ਬਹੁਤ ਲੋਕਾਂ ਤੋਂ ਐਜ਼ ਬੱਚੇ ਛੋਟੇ ਹੁੰਦੇ ਅਸੀਂ ਮਦਦ ਮੰਗੀ ਹੋਵੇ, ਅਸੀਂ ਪਿਆਰ ਮੰਗਿਆ ਹੋਵੇ ਤੇ ਸਾਨੂੰ ਨਹੀਂ ਮਿਲਿਆ ਹੋਵੇ, ਐਂਡ ਫਿਰ ਸਾਡਾ ਵਿਚਾਰ ਕੀ ਦੁਨੀਆ ਬਾਰੇ ਬਣ ਜਾਂਦਾ ਵੀ ਇੱਥੇ ਨਹੀਂ ਕੋਈ ਕਿਸੇ ਦਾ, ਇੱਥੇ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਇੱਥੇ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਤੇ ਮੈਨੂੰ ਆਪਦੀ ਮਦਦ ਆਪ ਹੀ ਕਰਨੀ ਪੈਣੀ ਆ। ਪਰ ਅਸੀਂ ਸਾਰੇ ਇੱਕ ਕੋਲੈਬੋਰੇਸ਼ਨ ਦੇ ਵਿੱਚ ਰਹਿੰਦੇ, ਮਦਦ ਦੀ ਸਾਨੂੰ ਲੋੜ ਆ। ਜਦੋਂ ਤੁਸੀਂ ਇੱਕ ਐਡਿਕਸ਼ਨ, ਇੱਕ ਨਸ਼ੇ ਦੀ ਬਿਮਾਰੀ ਤੋਂ ਛੱਡਣ ਦੀ ਕੋਸ਼ਿਸ਼ ਕਰਦੇ ਆ, ਤੁਹਾਨੂੰ ਮਦਦ ਦੀ ਲੋੜ ਆ। ਮਦਦ ਦੀ ਕਿਵੇਂ ਲੋੜ ਆ? ਇੱਕ ਮਾਨਸਿਕ ਲੋੜ। ਸੋ ਸਭ ਤੋਂ ਪਹਿਲਾਂ ਤਾਂ ਇੱਕ ਕਲੀਅਰ ਕਮਿਊਨੀਕੇਸ਼ਨ ਕਰਨ ਲਈ ਬੈਠੋ ਜਿਸ ਇਨਸਾਨ ਕੋਲੋਂ ਵੀ ਤੁਹਾਨੂੰ ਮਦਦ ਦੀ ਲੋੜ ਹੈ। ਕਿ ਫੋਰ ਐਗਜ਼ਾਮਪਲ ਜਦੋਂ ਵੀ ਮੈਨੂੰ ਗੁੱਸਾ ਆਉਂਦਾ ਵਾ, ਜਦੋਂ ਵੀ ਮੇਰਾ ਬੋਲਣ ਨੂੰ ਜੀ ਨਹੀਂ ਕਰਦਾ ਐਂਡ ਦੂਸਰਾ ਇਨਸਾਨ ਮੈਨੂੰ ਜ਼ਿਆਦਾ ਬੁਲਾਉਂਦਾ ਵਾ ਜਾਂ ਮੈਂ ਭਾਵੁਕ ਹੁੰਦਾ, ਮੈਨੂੰ ਇਸ ਚੀਜ਼ 'ਚ ਮਦਦ ਚਾਹੀਦੀ ਆ ਕਿ ਤੁਸੀਂ ਉਦੋਂ ਟਾਈਮ ਆਊਟ ਲੈ ਜਾਓ ਐਂਡ ਮੇਰੇ ਨਾਲ ਆਰਗਿਊ ਨਾ ਕਰੋ। ਮੈਨੂੰ ਇਸ ਚੀਜ਼ ਦੀ ਮਦਦ ਚਾਹੀਦੀ ਆ ਕਿਉਂਕਿ ਜਦੋਂ ਲੜਾਈ ਹੁੰਦੀ ਆ ਮੇਰੇ ਨੂੰ ਬੜਾ ਔਖਾ ਹੋ ਜਾਂਦਾ ਵੀ ਮੈਂ ਚੁੱਪ ਰਹਾਂ। ਸੋ ਇਸ ਕਰਕੇ ਕੈਨ ਯੂ ਮੈਨੂੰ ਮਦਦ ਚਾਹੀਦੀ ਵੀ ਆਪਣੇ 'ਚੋਂ ਇੱਕ ਬੰਦਾ ਆਊਟ ਆਫ ਟਾਈਮ ਆਊਟ ਕਰ ਲਏ, ਉਸ ਸਪੇਸ ਨੂੰ ਲੀਵ ਕਰ ਦਿਓ, ਉਹਦੇ ਨਾਲ ਮੇਰੀ ਮਦਦ ਹੋ। ਸੋ ਜਿੱਦਾਂ ਦੀ ਵੀ ਤੁਸੀਂ ਮਦਦ ਮੰਗਣੀ ਆ, ਕਿਉਂਕਿ ਇਹ ਬੜੀ ਚੀਜ਼ ਹੈ ਨਾ ਕਿ ਆਪਾਂ ਐਕਸਪੈਕਟ ਕਰਦੇ, ਅਗਲੇ ਨੂੰ ਪਤਾ ਹੀ ਹੋਣਾ ਚਾਹੀਦਾ ਮੈਨੂੰ ਕੀ ਮਦਦ ਚਾਹੀਦੀ ਹੈ। ਨਹੀਂ, ਕਿਸੇ ਨੂੰ ਨਹੀਂ ਪਤਾ ਕਿ ਸਾਨੂੰ ਮਾਨਸਿਕ ਮਦਦ ਕਿੱਦਾਂ ਦੀ ਚਾਹੀਦੀ। ਕਿਸੇ ਵੀ ਤਰ੍ਹਾਂ ਦੀ ਮਦਦ ਸਾਨੂੰ ਦੂਸਰੇ ਲੋਕ ਸਾਡਾ ਦਿਮਾਗ ਨਹੀਂ ਪੜ੍ਹ ਸਕਦੇ, ਮਨ ਨਹੀਂ ਪੜ੍ਹ ਸਕਦੇ ਐਂਡ ਸ਼ਾਇਦ ਮੂਹਰੇ ਵੀ ਪਿਆ ਹੋਵੇ ਤਾਂ ਵੀ ਨਹੀਂ ਉਹ ਦੇਖ ਸਕਦੇ। ਸਾਨੂੰ ਕਲੀਅਰ ਕਮਿਊਨੀਕੇਸ਼ਨ ਦੇ ਵਿੱਚ ਆਪ ਦੱਸਣਾ ਪੈਣਾ ਕਿ ਮੈਨੂੰ ਕਿੱਦਾਂ ਦੀ ਮਦਦ ਚਾਹੀਦੀ। ਫੋਰ ਐਗਜ਼ਾਮਪਲ ਜੇ ਤੁਹਾਨੂੰ ਸ਼ੂਗਰ ਐਡਿਕਸ਼ਨ ਆ, ਜੇ ਤੁਹਾਨੂੰ ਫੂਡ ਐਡਿਕਸ਼ਨ ਆ, ਤੁਸੀਂ ਖੰਡ ਸ਼ੂਗਰ ਵਗੈਰਾ ਜ਼ਿਆਦਾ ਖਾਂਦੇ ਹੋ ਐਂਡ ਤੁਹਾਨੂੰ ਕਿਸ ਤਰ੍ਹਾਂ ਦੀ ਲੋੜ, ਤੁਸੀਂ ਮੈਂ ਕਹਿ ਸਕਦੇ ਹੋ ਆਪਦੇ ਪਾਰਟਨਰ ਨੂੰ ਜਾਂ ਤੁਸੀਂ ਆਪਦੇ ਪਰਿਵਾਰ ਦੇ ਮੈਂਬਰ ਨੂੰ, ਦੇਖੋ ਮੈਨੂੰ ਸ਼ੂਗਰ ਦੀ ਪ੍ਰੋਬਲਮ ਆ, ਇਸ ਕਰਕੇ ਜਦੋਂ ਆਪਾਂ ਗਰੋਸਰੀ ਲੈਣ ਜਾਂਦੇ ਆ ਮੈਂ ਚਾਹੂੰਗਾ ਕਿ ਤੁਸੀਂ ਕੋਈ ਵੀ ਸ਼ੂਗਰ ਵਾਲੀ ਚੀਜ਼ ਗਰੋਸਰੀ ਲਿਸਟ 'ਚ ਨਾ ਪਾਓ, ਬਿਕਾਜ਼ ਮੈਨੂੰ ਹਜੇ ਆਪਦੇ ਆਪ 'ਤੇ ਕੰਟਰੋਲ ਕਰਨਾ ਨਹੀਂ ਆ ਰਿਹਾ ਹੈਗਾ ਕਿ ਮੈਂ ਸ਼ੂਗਰ ਕਿਵੇਂ ਖਾਣੀ ਆ। ਫੋਰ ਐਗਜ਼ਾਮਪਲ ਜੇ ਤੁਹਾਨੂੰ ਐਡਿਕਸ਼ਨ ਦੀ, ਜੇ ਤੁਹਾਨੂੰ ਅਲਕੋਹਲ ਦੀ ਪ੍ਰੋਬਲਮ ਆ, ਤੁਸੀਂ ਕਹਿ ਸਕਦੇ ਹੋ ਕਿ ਜਦੋਂ ਤੁਸੀਂ ਕਿਸੇ ਦੇ ਘਰੇ ਜਾਂਦੇ ਹੋ, ਮੈਂ ਨਹੀਂ ਜਾ ਸਕਦਾ ਬਿਕਾਜ਼ ਉੱਥੇ ਲੋਕ ਸ਼ਰਾਬ ਪੀਂਦੇ ਆ ਐਂਡ ਉੱਥੇ ਸ਼ਰਾਬ ਨੂੰ ਦੇਖ ਕੇ ਮੈਨੂੰ ਪਿੱਛੋਂ ਬੈਠਿਆ ਨਹੀਂ ਜਾਂਦਾ ਤੇ ਮੈਨੂੰ ਆਪਦੇ ਆਪ 'ਤੇ ਕੰਟਰੋਲ ਕਰਨਾ ਔਖਾ ਹੋ ਜਾਂਦਾ। ਸੋ ਪਲੀਜ਼ ਮੇਰੀ ਮਦਦ ਕਰੋ ਜਦੋਂ ਇਹੋ ਜਿਹੇ ਪ੍ਰੋਗਰਾਮ ਆਉਂਦੇ ਆ, ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਨਵੋਲਵ ਨਾ ਹੋਵਾਂ ਐਂਡ ਮਦਦ ਮੰਗੋ। ਫੋਰ ਐਗਜ਼ਾਮਪਲ ਜਦੋਂ ਮੈਂ ਇਸ ਟਾਈਮ ਇਕੱਲਾ ਹੁੰਦਾ ਤੇ ਜਦੋਂ ਮੈਂ ਇਕੱਲਾ ਹੁੰਦਾ ਤੇ ਮੈਨੂੰ ਲੱਗਦਾ ਕਿ ਮੈਨੂੰ ਡਰਿੰਕ ਪੀਣੀ ਚਾਹੀਦੀ ਜਾਂ ਮੈਨੂੰ ਕੁਛ ਨਸ਼ਾ ਖਾਣਾ ਚਾਹੀਦਾ। ਸੋ ਪਲੀਜ਼ ਮੇਰੀ ਮਦਦ ਕਰੋ, ਉਸ ਪਰਟੀਕੂਲਰ ਟਾਈਮ ਮੈਨੂੰ ਇਕੱਲਾ ਨਾ ਛੱਡੋ। ਸੋ ਮਦਦ ਮੰਗੋ, ਇਹ ਫਰਸਟ ਸਟੈਪ ਆ ਜਿਹੜਾ ਕਿ ਤੁਹਾਡੀ ਰਿਕਵਰੀ ਦਾ, ਤੁਹਾਡੇ ਇਲਾਜ ਦਾ ਅਰੋੜਾ ਬਣ ਰਿਹਾ ਵਾ ਕਿ ਤੁਸੀਂ ਕਿਸ ਵਿਚਾਰ ਨਾਲ। ਸੋ ਮਦਦ ਮੰਗਣਾ ਸਿੱਖੋ, ਇਹ ਬੜਾ ਵੱਡਾ ਇੱਕ ਸਟੈਪ ਆ, ਬੜਾ ਵੱਡਾ ਇੱਕ ਪਹਾੜ ਆ ਜਿਹੜਾ ਤੁਸੀਂ ਪਾਸੇ ਕਰਨਾ। ਬਿਕਾਜ਼ ਮੋਸਟ ਲੋਕ ਜਦੋਂ ਐਡਿਕਸ਼ਨ 'ਚ ਹੁੰਦੇ ਆ ਮਦਦ ਲੈਣਾ ਚੰਗਾ ਨਹੀਂ ਸਮਝਦੇ ਐਂਡ ਉਹ ਲੈਂਦੇ ਨਹੀਂ ਕਿ ਕਮਜ਼ੋਰ ਐਂਡ ਮੈਨ ਆਦਮੀ ਮੋਸਟਲੀ। ਸੋ ਆਪਦੇ ਆਪ ਨੂੰ ਇਸ ਚੀਜ਼ 'ਤੇ ਬਣਾਓ, ਇਸ ਚੀਜ਼ ਦੀ ਯੋਗਤਾ ਆਪਦੇ ਮਨ ਦੇ ਵਿੱਚ ਵਿਚਾਰ ਬਦਲੋ ਕਿ ਮਦਦ ਲੈਣਾ ਇਸ ਬਿਮਾਰੀ ਦਾ ਹਿੱਸਾ ਵਾ ਐਂਡ ਮਦਦ ਲੈਣ ਨਾਲ ਇਸ ਬਿਮਾਰੀ ਨੂੰ ਮੈਂ ਬੈਟਰ ਤਰੀਕੇ ਨਾਲ ਬਾਹਰ ਨਿਕਲ ਸਕਦਾ। ਐਂਡ ਉਹ ਕਿੱਦਾਂ ਦੀ ਮਦਦ, ਉਹ ਮੈਨੂੰ ਲੋਕਾਂ ਨੂੰ ਦੱਸਣਾ ਪੈਣਾ ਕਿ ਮੈਨੂੰ ਕਿੱਦਾਂ ਦੀ ਮਦਦ ਚਾਹੀਦੀ ਆ। ਬਿਕਾਜ਼ ਕਿਸੇ ਇਨਸਾਨ ਨੂੰ, ਕੋਈ ਵੀ ਇਨਸਾਨ ਮਾਨਸਿਕ ਸਾਈਕੋਲੋਜੀਕਲੀ ਤੌਰ 'ਤੇ ਇੰਨਾ ਨਹੀਂ ਹੁੰਦਾ ਤੁਹਾਡੇ ਮਨ ਦੀਆਂ ਚੀਜ਼ਾਂ ਪੜ੍ਹ ਲਵੇ। ਸੋ ਸਾਨੂੰ ਤੁਹਾਨੂੰ ਦੱਸਣਾ ਪੈਣਾ ਕਿ ਮੈਨੂੰ ਇਸ ਚੀਜ਼ ਮਦਦ ਦੀ ਲੋੜ ਆ। ਪਹਿਲਾਂ ਤਾਂ ਅਵੇਅਰ ਬਣੋ ਕਿ ਮੈਨੂੰ ਮਦਦ ਦੀ ਲੋੜ ਆ। ਦੂਸਰਾ, ਮਦਦ ਹੈ ਉੱਥੇ, ਲੋਕ ਕੋਈ ਮੇਰੀ ਮਦਦ ਕਰ ਸਕਦਾ। ਹੋ ਸਕਦਾ ਪਰਸਨ A ਮੇਰੀ ਮਦਦ ਨਾ ਕਰ ਸਕਦਾ ਹੋਵੇ, ਪਰਸਨ B ਮੇਰੀ ਮਦਦ ਨਾ ਕਰ ਸਕਦਾ ਹੋਵੇ, ਸ਼ਾਇਦ ਪਰਸਨ C ਮੇਰੀ ਮਦਦ ਕਰ ਸਕਦਾ ਹੋਵੇ। ਸੋ ਮਦਦ ਮੈਨੂੰ ਚਾਹੀਦੀ ਆ ਐਂਡ ਮੋਸਟ ਆਫ ਕਈ ਵਾਰ ਮੈਂ ਕੁਐਸਚਨ ਮਦਰਸ ਦੇ ਵੀ ਆਉਂਦੇ ਆ
ਕਿ ਅੱਜ ਕੱਲ੍ਹ ਮਦਰਸ ਕਹਿੰਦੀਆਂ ਕਿ ਅਸੀਂ ਆਪਣਾ ਬੱਚਾ ਇਕੱਲਿਆਂ ਨੇ ਪਾਲਣਾ ਵਾ, ਸਾਨੂੰ ਕੋਈ ਹੋਰ ਨਹੀਂ ਨਹੀਂ, ਇੱਕ ਬੱਚਾ ਪਾਲਣਾ ਇੱਕ ਪਿੰਡ ਦਾ ਕੰਮ ਹੁੰਦਾ ਸੀਗਾ, ਇੱਕ ਪਿੰਡ ਪਾਲਦਾ ਹੁੰਦਾ ਸੀ। ਜਦੋਂ ਆਪਾਂ ਇੰਡੀਆ ਦੇ ਵਿੱਚ ਪਿੱਛੇ ਦੇਖਦੇ, ਇੱਕ ਪਿੰਡ ਬੱਚੇ ਨੂੰ ਪਾਲਦਾ ਹੁੰਦਾ ਸੀ, ਇੱਕ ਪਰਿਵਾਰ ਤੇ ਪਿੰਡ ਰਲ ਕੇ। ਅੱਜ ਕੱਲ ਉਹ ਪ੍ਰੈਸ਼ਰ ਸਾਰਾ ਇੱਕ ਮਾਂ ਨੇ ਤੇ ਬਾਪ ਨੇ ਆਪਦੇ ਸਿਰ ਤੇ ਚੱਕਿਆ ਹੋਇਆ, ਉਹ ਪਹਾੜ ਮੀਨਸ ਕਿ ਅਸੀਂ ਉਹ ਇਕੱਲਿਆਂ ਨੇ ਪਾਲਣਾ ਨਹੀਂ। ਜਿੰਨੇ ਵੀ ਲੋਕ ਤੁਸੀਂ ਇਨਵੋਲਵ ਕਰ ਸਕਦੇ ਨਾ ਉਹਨਾਂ ਦੀ ਪਰਵਰਿਸ਼ ਦੇ ਵਿੱਚ, ਜਿੰਨੇ ਵੀ ਲੋਕ ਤੁਸੀਂ ਇਨਕਲੂਡ ਕਰ ਸਕਦੇ, ਚਾਹੇ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਬਹੁਤ ਵੱਖਰੇ ਆ, ਇਨਕਲੂਡ ਕਰੋ। ਬਿਕਾਜ਼ ਰਲ ਕੇ ਲੋਕ ਇੱਕ ਬੱਚਾ ਪਾਲਣ, ਨਾ ਕਿ ਦੋ ਇਨਸਾਨ ਨਾ ਇਕੱਲੇ ਇੱਕ ਬੱਚੇ ਨੂੰ ਪਾਲਣ, 20 ਜਾਂ 25 ਰਲ ਕੇ ਉਹ ਕਮਿਊਨਿਟੀ ਪਾਲੇ। ਐਂਡ ਜਦੋਂ ਕਮਿਊਨਿਟੀ ਇੱਕ ਬੱਚੇ ਨੂੰ ਪਾਲਦੀ ਹੈ ਤੇ ਬੱਚੇ ਦੀ ਜਿਹੜਾ ਮਾਨਸਿਕ ਤੌਰ ਤੇ ਉਹ ਜ਼ਿਆਦਾ ਵਿਚਰਦਾ, ਐਂਡ ਮਾਨਸਿਕ ਜਿਹੜੇ ਵਿਚਾਰਾਂ ਨੂੰ ਬਹੁਤ ਜ਼ਿਆਦਾ ਮਿਲਦੇ ਬਜਾਏ ਇੱਕ ਮਾਂ ਬਾਪ ਦੇ। ਐਂਡ ਮਾਂ ਬਾਪ ਵੀ ਸਟ੍ਰੈਸ 'ਚ ਨਹੀਂ ਆਉਂਦਾ ਗਾ, ਬਿਕਾਜ਼ ਜਿਹੜਾ ਮਾਂ ਬਾਪ ਦਾ ਵੀ ਲੋਡ ਹੁੰਦਾ ਉਹ ਥੋੜਾ ਖਿੱਲਰ ਜਾਂਦਾ, ਐਂਡ ਉਹ ਇੰਨੇ ਸਟ੍ਰੈਸ ਜਾਂ ਪ੍ਰੈਸ਼ਰ 'ਚ ਨਹੀਂ ਆਉਂਦੇ। ਸੋ ਇਹ ਮੇਰੀ ਰਿਕੁਐਸਟ ਆ ਸਾਰੀਆਂ ਜਿਹੜੀਆਂ ਮਦਰਸ ਨੂੰ ਵੀ, ਜਿਹੜੀਆਂ ਕਹਿੰਦੀਆਂ ਕਿ ਅਸੀਂ ਆਪ ਹੀ ਬੱਚਾ ਪਾਲਣਾ, ਅਸੀਂ ਇਕੱਲਿਆਂ ਨੇ ਪਾਲਣਾ ਵਾ। ਸੋ ਅਸੀਂ ਮਦਦ ਲੈਣ ਦੇ, ਕਿਉਂਕਿ ਕਲਚਰ ਇੱਕ ਜਿਹੜਾ ਅਸੀਂ ਕ੍ਰੀਏਟ ਕੀਤਾ ਉਹ ਇਹੋ ਜਿਹਾ ਵਾ, ਉਹ ਕਹਿੰਦਾ ਕਿ ਜੇ ਤੂੰ ਇਕੱਲਾ ਕਰੇਂਗਾ ਤਾਂ ਲੋਕ ਤੇਰੀ ਇੱਜ਼ਤ ਕਰਨਗੇ, ਇਕੱਲਾ ਕੰਮ ਕਰੇਂਗਾ ਤਾਂ ਲੋਕ ਤੇਰੀ ਇੱਜ਼ਤ ਕਰਨਗੇ, ਪਰ ਜਦੋਂ ਤੂੰ ਮਦਦ ਮੰਗੀ ਉਦੋਂ ਲੋਕ ਤੈਨੂੰ ਜੱਜ ਕਰਨਗੇ, ਉਦੋਂ ਤੋਂ ਲੋਕ ਤੈਨੂੰ ਕਮਜ਼ੋਰ ਸਮਝਣਗੇ। ਇਸ ਵਿਚਾਰ ਤੋਂ ਅਸੀਂ ਉੱਭਰਨਾ ਵਾ, ਇਸ ਵਿਚਾਰ ਤੋਂ ਉੱਭਰਨਾ ਕਿ ਮਦਦ ਲੈਣਾ ਇੱਕ ਸਮਝਦਾਰੀ ਆ, ਕਮਜ਼ੋਰੀ ਨਹੀਂ ਹੈਗੀ ਕਿ। ਸੋ ਜੇ ਤੁਸੀਂ ਐਡਿਕਸ਼ਨ ਬਿਮਾਰੀ ਨਾਲ ਜੂਝ ਰਹੇ ਹੋ, ਸਭ ਤੋਂ ਪਹਿਲਾਂ ਤਾਂ ਮਦਦ ਮੰਗਣੀ ਸਿੱਖੋ। ਮਦਦ ਕੰਫਰਟੇਬਲ ਹੋਵੋ ਕਿ ਮੈਂ ਮਦਦ ਮੰਗ ਸਕਦਾ ਵਾਂ, ਐਂਡ ਮਦਦ ਅਵੇਲੇਬਲ ਵੀ ਹੈਗੀ ਆ, ਐਂਡ ਮੈਂ ਮਦਦ ਨਾਲ ਹੀ ਇਸ ਬਿਮਾਰੀ 'ਚੋਂ ਨਿਕਲ ਨਾ ਸਕਦਾ ਵਾਂ। ਐਂਡ ਸੋ ਕਲੀਅਰ ਕਮਿਊਨੀਕੇਸ਼ਨ ਨਾਲ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਵਾ, ਕਿਹੜੀ ਮਾਨਸਿਕ ਆਦਤ ਆ ਜਿਹਨੂੰ ਤੁਹਾਨੂੰ ਪ੍ਰੋਬਲਮ ਆਉਂਦੀ ਹੈ, ਜਿੱਥੇ ਤੁਹਾਨੂੰ ਮਦਦ ਦੀ ਲੋੜ ਆ। ਮੇ ਬੀ ਤੁਸੀਂ ਆਰਗਿਊ ਕਰਦੇ ਮਨ ਦੇ ਤੌਰ ਤੇ, ਜਾਂ ਕਈ ਲੋਕ ਤੁਹਾਡੇ ਕੋਈ ਇੱਕ ਟੌਪਿਕ ਇਹ ਜਿਹਾ ਜਿੱਥੇ ਤੁਹਾਡਾ ਕੌਨਫਲਿਕਟ ਸਟਾਰਟ ਹੋ ਜਾਂਦਾ, ਤਾਂ ਤੁਸੀਂ ਕਹਿ ਸਕਦੇ ਆਪਣੇ ਪਾਰਟਨਰ ਨੂੰ ਕਿ ਜਦੋਂ ਆਹ ਟੌਪਿਕ ਸਟਾਰਟ ਹੁੰਦਾ ਵਾ, ਮੈਂ ਹਜੇ ਇੰਨਾ ਕੇਪੇਬਲ ਨਹੀਂ ਹੈਗਾ ਕਿ ਮੈਂ ਉਸ ਚੀਜ਼ 'ਤੇ ਗੱਲ ਕਰ ਸਕਾਂ, ਕਿਉਂਕਿ ਜਦੋਂ ਵੀ ਅਸੀਂ ਉਹ ਟੌਪਿਕ ਸਟਾਰਟ ਕਰਦੇ ਹਾਂ ਤਾਂ ਮੈਨੂੰ ਡਰਿੰਕ ਦੀ ਕ੍ਰੇਵਿੰਗ ਆਉਂਦੀ ਆ, ਫਿਰ ਮੈਨੂੰ ਸ਼ਰਾਬ ਪੀਣ ਨੂੰ ਜਾਂ ਮੈਨੂੰ ਨਸ਼ਾ ਕਰਨ ਨੂੰ ਜੀ ਕਰਦਾ। ਸੋ ਪਲੀਜ਼ ਮੇਰੀ ਮਦਦ ਕਰੋ, ਮੈਂ ਵੀ ਇਸ ਚੀਜ਼ ਨੂੰ ਛੱਡਣਾ ਚਾਹੁੰਦਾ ਵਾਂ, ਪਰ ਮੇਰੀ ਮਦਦ ਕਰੋ ਮੇਰੀਆਂ ਇਹ ਆਦਤਾਂ ਛਡਾਉਣ ਵਾਸਤੇ। ਬਿਕਾਜ਼ ਆਦਤ ਛੱਡਣੀ ਇੱਕ ਦਿਮਾਗ ਨੂੰ ਬਦਲਣਾ, ਇੱਕ ਮਾਨਸਿਕ ਵਿਚਾਰ ਨੂੰ ਛੱਡਣਾ, ਇੱਕ ਮਾਨਸਿਕ ਵਿਚਾਰ ਨੂੰ ਬਦਲਣਾ ਸਭ ਤੋਂ ਔਖਾ ਤੇ ਸਭ ਤੋਂ ਸੌਖਾ ਕੰਮ ਆ। ਸੌਖਾ ਕਿਵੇਂ ਆ ਕਿ ਸਿਰਫ ਇੱਕ ਵਿਚਾਰ ਹੀ ਬਦਲਣਾ, ਪਰ ਔਖਾ ਵਾ ਜਦੋਂ ਤੁਹਾਡਾ ਦਿਮਾਗ ਨੇ ਉਹ ਵਿਚਾਰ ਤੁਹਾਡੇ ਦਿਮਾਗ ਦੇ ਵਿੱਚ 20 ਸਾਲ ਰਿਹਾ ਹੋਵੇ ਤੇ ਸਡਨਲੀ ਤੁਹਾਨੂੰ ਕੋਈ ਆ ਕੇ ਕਵੇ ਕਿ 21ਵੇਂ ਸਾਲ ਕੱਢ ਦੇ ਕਿਉਂਕਿ ਠੀਕ ਨਹੀਂ, ਤੇ ਸਾਨੂੰ ਬਹੁਤ ਔਖਾ ਵਾ। ਭਾਵੇਂ ਕਿੰਨੀ ਵੀ ਕੋਈ ਜਸਟੀਫਿਕੇਸ਼ਨ ਦੇਵੇ, ਪਰ ਬਹੁਤ ਔਖਾ ਲੱਗਦਾ ਸਾਨੂੰ ਉਸ ਮਾਨਸਿਕ ਵਿਚਾਰ ਨੂੰ ਦਿਮਾਗ ਚੋਂ ਕੱਢਣ ਦੇ। ਦੂਸਰਾ, ਕਦੇ ਮਾਫੀ ਨਾ ਮੰਗੋ ਜਦੋਂ ਤੁਸੀਂ ਜਦੋਂ ਤੁਸੀਂ ਮਦਦ ਮੰਗਦੇ ਹੋ। ਫੋਰ ਐਗਜ਼ਾਮਪਲ ਆਪਾਂ ਕਈ ਵਾਰ ਲਿਖਿਆ ਮੈਂ ਤੇ ਮੈਨੂੰ ਪਤਾ ਮੈਂ ਹੁਣ ਤੇਰੇ ਤੇ ਬੋਝ ਪਾਊਂਗਾ ਇਹ ਕੰਮ ਦਾ, ਪਰ ਪਲੀਜ਼ ਇਹ ਮੇਰਾ ਕੰਮ ਕਰ ਦੇਗਾ, ਮੈਂ ਰੀਅਲੀ ਸੌਰੀ ਹਾਂ ਕਿ ਮੈਂ ਤੁਹਾਨੂੰ ਇਹ ਕੰਮ ਕਰਨ ਲਈ ਕਿਹਾਗਾ। ਸੌਰੀ ਨਾ ਮੰਗੋ, ਮਦਦ ਮੰਗਣਾ ਸਾਡਾ ਅਧਿਕਾਰ ਆ, ਮਦਦ ਕਰਨਾ ਵੀ ਸਾਡਾ ਅਧਿਕਾਰ ਆ। ਅਸੀਂ ਦੋਨੇ ਚੀਜ਼ਾਂ ਦੇ ਵਿੱਚ ਠੀਕ ਰਹਿਣਾ, ਅਸੀਂ ਮਦਦ ਮੰਗਣੀ ਵੀ ਆ ਤੇ ਅਸੀਂ ਮਦਦ ਦੇਣੀ ਵੀ ਆ। ਸੋ ਐਂਡ ਮੋਸਟ ਲੋਕੀ ਜਦੋਂ ਅਸੀਂ ਜਿਹੜੀ ਕਹਿੰਦੇ ਕਿ ਤੂੰ ਮੇਰੇ ਲਈ ਆ ਕਰ ਦੇ, ਮੈਂ ਤੇਰੇ ਲਈ ਆ ਕਰ ਦਾਂਗਾ, ਉਹ ਬੜੀ ਟ੍ਰਾਂਜੈਕਸ਼ਨਲ ਮਦਦ ਹੁੰਦੀ। ਉਹ ਮਦਦ ਨਾਲ ਸਾਡਾ ਟਰਸਟ ਨਹੀਂ ਬਣਦਾ ਉਸ ਰਿਸ਼ਤੇ ਤੇ। ਫੋਰ ਐਗਜ਼ਾਮਪਲ ਕੋਈ ਤੁਹਾਨੂੰ ਫੋਨ ਕਰੇ ਐਂਡ ਸਡਨਲੀ ਤੁਹਾਡਾ ਹਾਲ ਚਾਲ ਪੁੱਛਣ ਲੱਗ ਜਾਏ, ਤੁਸੀਂ ਕਹੋ ਇਸ ਇਨਸਾਨ ਨੂੰ ਜ਼ਰੂਰ ਮੇਰੇ ਤੋਂ ਕੁਝ ਚਾਹੀਦਾ ਵਾ, ਵਰਨਾ ਤੇ ਕਦੇ ਮੈਨੂੰ ਫੋਨ ਹੀ ਨਹੀਂ ਕਰਦਾ, ਵਰਨਾ ਤੇ ਕਦੇ ਮੇਰੇ ਨਾਲ ਕੋਈ ਚੀਜ਼ ਨਹੀਂ ਕਰਦਾ। ਸੋ ਜਦੋਂ ਤੁਸੀਂ ਇਹ ਚੀਜ਼ਾਂ ਸੋਚਣ ਲੱਗ ਜਾਂਦੇ, ਤੁਹਾਡਾ ਟਰਸਟ ਬ੍ਰੇਕ ਹੋ ਸਕਦਾ ਰਿਸ਼ਤੇ ਵਿੱਚ। ਸੋ ਬਿਨਾਂ ਇੱਕ ਟ੍ਰਾਂਜੈਕਸ਼ਨ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ। ਬਿਨਾਂ ਕਿਸੇ ਕੁਛ ਚਾਹੇ ਤੁਸੀਂ ਫੋਨ ਕਰਕੇ ਕਿਸੇ ਨੂੰ, ਜੇ ਤੁਹਾਨੂੰ ਲੱਗਦਾ ਕੋਈ ਬਿਮਾਰ ਸੀ ਜਾਂ ਕੋਈ ਡਿਫਿਕਲਟ ਸਿਚੁਏਸ਼ਨ ਜਾ ਰਿਹਾ ਸੀ, ਬਜਾਏ ਕੁਛ ਵੀ ਕਿਸੇ ਤੋਂ ਮੰਗੇ ਹੋਏ ਉਹਨਾਂ ਨੂੰ ਫੋਨ ਕਰਕੇ ਚੈੱਕ ਇਨ ਕਰੋ ਕਿ ਮੈਂ ਸਿਰਫ ਤੁਹਾਡੇ ਬਾਰੇ ਸੋਚ ਰਿਹਾ ਸੀ, ਤੁਸੀਂ ਠੀਕ ਹੋ, ਮੈਂ ਤੁਹਾਡੀ ਮਦਦ ਲਈ ਅਵੇਲੇਬਲ ਹਾਂ, ਤੁਸੀਂ ਜਦੋਂ ਵੀ। ਕਿਉਂਕਿ ਜਦੋਂ ਅਸੀਂ ਵੀ ਮਦਦ ਕਰਦੇ ਹਾਂ ਨਾ, ਆਮ ਆਪਾਂ ਕਹਿੰਦੇ ਹਾਂ ਕਿ ਆਪਾਂ ਖੁਸ਼ ਮਹਿਸੂਸ ਹੋਣਾ ਮੰਗਦੇ ਹਾਂ, ਤੇ ਖੁਸ਼ੀ ਸਾਨੂੰ ਲੱਗਦਾ ਕਿ ਜਾਂ ਤਾਂ ਸਾਨੂੰ ਵੱਡੀਆਂ ਚੀਜ਼ਾਂ ਲੈ ਕੇ ਮਿਲਦੀ ਆ, ਜਾਂ ਸਾਨੂੰ ਵੱਡੀਆਂ ਚੀਜ਼ਾਂ ਲੈ ਕੇ ਮਿਲਦੀ ਆ, ਜਾਂ ਸਾਨੂੰ ਖੁਸ਼ੀ ਸ਼ਰਾਬ ਜਾਂ ਨਸ਼ਾ ਕੋਈ ਇੱਦਾਂ। ਪਰ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਸਾਡੀ ਬਾਡੀ ਇੱਕ ਗੁੱਡ ਕੈਮੀਕਲ, ਗੁੱਡ ਹਾਰਮੋਨ ਰਿਲੀਜ਼ ਕਰਦੀ ਹੈ। ਇਸ ਕਰਕੇ ਤੁਸੀਂ ਕਦੇ ਦੇਖ ਲਿਓ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਜੈਨੂਅਨ ਤਰੀਕੇ ਨਾਲ, ਸਾਨੂੰ ਕਿੰਨਾ ਚੰਗਾ ਮਹਿਸੂਸ ਹੁੰਦਾ। ਸਾਡੀ ਜਿਹੜਾ ਸਰੀਰ ਆ, ਅਸੀਂ ਬੜਾ ਸ਼ਾਂਤੀ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ। ਸੋ ਮਦਦ ਕਰਨਾ ਵੀ ਸਿੱਖੋ ਤੇ ਮਦਦ ਲੈਣਾ ਵੀ ਸਿੱਖੋ। ਦੋਨੇ ਚੀਜ਼ਾਂ ਜਦੋਂ ਅਸੀਂ ਜੱਜ ਕਰਨੀਆਂ ਛੱਡਦੀਆਂ, ਜੇ ਸਾਡੇ ਕੋਲ ਕੋਈ ਮਦਦ ਲੈਣ ਆ ਰਿਹਾ ਵਾ ਤੇ ਅਸੀਂ ਜੱਜ ਕਰਨਾ ਛੱਡਤਾ,
कि ये मैं कमज़ोर आ सी कहने ये तो बहादर ये तो समझदारी वाला काम आ कि तू मदद इस टाइम ते मंग रहा वा एंड फिर सानू मदद लैण च भी झिझक नहीं होगी। पर जदों ਜਿਹੜੇ लोग साथों मदद मंगण आउंदे ने ਅਸੀਂ ਉਹਨਾਂ ਨੂੰ ਜੱਜ ਕਰਨ ਲੱਗ ਜਾਂਦੇ ਆ ਫਿਰ ਸਾਡੇ ਲਈ ਬੜਾ ਔਖਾ ਹੁੰਦਾ ਕਿ ਅਸੀਂ ਮਦਦ ਮੰਗੀਏ ਬਿਕਾਜ਼ ਫਿਰ ਅਸੀਂ ਸੋਚਦੇ ਆ ਕਿ ਜਿਵੇਂ ਮੈਂ ਲੋਕਾਂ ਨੂੰ ਜੱਜ ਕਰਦਾ ਉਵੇਂ ਲੋਕ ਮੈਨੂੰ ਵੀ ਜੱਜ ਕਰਦੇ ਨੇ। ਸੋ ਪਲੀਜ਼ ਕਲੀਅਰ ਕਮਿਊਨੀਕੇਸ਼ਨ ਨਾਲ ਆਪਦੇ ਪਰਿਵਾਰ ਨੂੰ ਇੱਕ ਮਾਨਸਿਕ ਆਦਤ ਛੱਡਣੀ ਆ ਤੁਸੀਂ। ਇੱਕ ਐਡਿਕਸ਼ਨ ਜਿਹੜੀ ਹੈ ਨਾ ਉਹ ਇੱਕ ਫਿਜ਼ੀਕਲ ਬਿਮਾਰੀ ਨਹੀਂ, ਉਹ ਬਾਹਰੀ ਸ਼ਰਾਬ ਦੀ ਬਿਮਾਰੀ ਜਾਂ ਨਸ਼ੇ ਦੀ ਇੱਦਾਂ ਫਿਜ਼ੀਕਲ ਬਿਮਾਰੀ ਨਹੀਂ, ਉਹ ਇੱਕ ਮਾਨਸਿਕ ਬਿਮਾਰੀ ਆ। ਐਂਡ ਜਦੋਂ ਵੀ ਕਿਸੇ ਵੀ ਮਾਨਸਿਕ ਬਿਮਾਰੀ ਨੂੰ ਵਿਚਾਰ ਨੂੰ ਆਪਦੇ ਦਿਮਾਗ ਦੇ ਵਿੱਚੋਂ ਕੱਢਣ ਨੂੰ ਤੇ ਦੂਸਰੇ ਵਿਚਾਰ ਨੂੰ ਲਿਆਉਣ ਨੂੰ ਮਦਦ ਚਾਹੀਦੀ ਹੈ ਸਾਨੂੰ। ਸੋ ਮਾਨਸਿਕ ਆਦਤ ਛੱਡਣ ਲਈ ਮਦਦ ਚਾਹੀਦੀ ਆ ਐਂਡ ਉਹ ਮਦਦ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ, ਉਹ ਤੁਹਾਨੂੰ ਪਤਾ ਵਾ ਤੁਹਾਨੂੰ ਇੰਡੀਵਿਜੂਅਲ ਮਦਦ ਕਿੱਦਾਂ ਦੀ ਹੋ ਸਕਦੀ ਹੈ। ਐਂਡ ਤੁਸੀਂ ਕਲੀਅਰ ਦੱਸਣਾ ਕਿ ਮੈਨੂੰ ਇੱਦਾਂ ਦੀ ਮਦਦ ਚਾਹੀਦੀ, ਨਾ ਕਿ ਆਪਦੇ ਦਿਮਾਗ 'ਚ ਹੀ ਸੋਚਣਾ ਕਿ ਅਗਲੇ ਨੂੰ ਪਤਾ ਹੀ ਹੋਣਾ ਚਾਹੀਦਾ, ਨਹੀਂ। ਸੋ ਅਸੰਪਸ਼ਨ ਨਹੀਂ ਬਣਾਉਣੀ ਬਟ ਕਲੀਅਰਲੀ। ਦੂਸਰਾ ਅਪੋਲੋਜਾਈਜ਼ ਨਹੀਂ ਕਰਨਾ। ਜਦੋਂ ਕਦੇ ਵੀ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਜਦੋਂ ਤੁਹਾਨੂੰ ਕੋਈ ਅਪੋਲੋਜਾਈਜ਼ ਕਰਦਾ ਵੀ ਕਿ ਨੋ ਅਸੀਂ ਇਸ ਚੀਜ਼ ਨੂੰ ਲਾਓ ਕਿ ਇਹ ਮਦਦ ਕਰਨਾ ਤਾਂ ਇੱਕ ਸਾਡਾ ਇੱਕ ਸਾਡੀ ਜ਼ਿੰਦਗੀ ਦਾ ਰੀਤੀ ਰਿਵਾਜ਼ ਹੋਣਾ ਵਾ। ਮਦਦ ਕਰਨਾ ਤਾਂ ਸਾਡਾ ਜ਼ਿੰਦਗੀ ਦਾ ਰੀਤੀ ਰਿਵਾਜ਼ ਆ। ਇਹ ਤਾਂ ਸਾਡੇ ਜਿਵੇਂ ਅਸੀਂ ਭੋਜਨ ਖਾਂਦੇ ਹਾਂ, ਸਰੀਰਕ ਭੋਜਨ ਖਾਂਦੇ ਹਾਂ, ਸਾਡਾ ਮਾਨਸਿਕ ਭੋਜਨ ਆ। ਮਦਦ ਕਰਨਾ ਸਾਨੂੰ ਮਾਨਸਿਕ ਤੌਰ 'ਤੇ ਸੰਤੁਸ਼ਟ ਮਹਿਸੂਸ ਕਰਦਾ ਵਾ। ਸੋ ਜਦੋਂ ਤੁਸੀਂ ਮਦਦ ਕਰਨੀ ਤੁਹਾਨੂੰ ਅਪੋਲੋਜਾਈਜ਼। ਤੀਸਰਾ, ਜਦੋਂ ਕਿਸੇ ਦੀ ਮਦਦ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਫੈਕਟ ਪਾਤਾ ਹੋਵੇ, ਕਿਸੇ ਵੀ ਤਰ੍ਹਾਂ ਦਾ ਤੁਹਾਡੀ ਕੀਤੀ ਹੋਵੇ, ਉਹਦਾ ਰਿਜ਼ਲਟ ਫੋਲੋ ਕਰਕੇ ਉਹਨੂੰ ਗ੍ਰੈਟੀਟਿਊਡ, ਉਹਨੂੰ ਹਮਦਰਦੀ ਅਤੇ ਉਹਨੂੰ ਸ਼ੁਕਰਗੁਜ਼ਾਰੀ ਜ਼ਰੂਰ ਪ੍ਰੈਜ਼ੈਂਟ ਕਰੋ। ਜੇ ਤੁਸੀਂ ਐਡਿਕਸ਼ਨ 'ਚ ਤੁਸੀਂ ਕਹਿ ਸਕਦੇ ਹੋ ਆਪਦੇ ਪਾਰਟਨਰ ਨੂੰ ਜਾਂ ਆਪਦੇ ਹੋਰ ਪਰਿਵਾਰ ਦੇ ਮੈਂਬਰ ਨੂੰ ਕਿ ਵਾਕਈ ਜਦੋਂ ਤੁਸੀਂ ਉਹ ਕੰਮ ਕਰਨ ਲੱਗੇ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ, ਫੋਰ ਐਗਜ਼ਾਮਪਲ ਗਰੋਸਰੀ ਦੇ ਵਿੱਚ ਜਾਂ ਮੈਨੂੰ ਕੋਈ ਪ੍ਰੋਗਰਾਮਾਂ 'ਤੇ ਲਿਜਾਣਾ ਬੰਦ ਕਰਤਾ ਜਿੱਥੇ ਸ਼ਰਾਬ ਹੁੰਦੀ ਆ, ਮੇਰੀ ਮਦਦ ਹੋ ਰਹੀ ਹੈ ਉਹਦੇ ਨਾਲ, ਥੈਂਕ ਯੂ ਸੋ ਮੱਚ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੇਰੀ ਮਦਦ ਕਰ ਪਾਏ। ਸੋ ਕਿਸੇ ਵੀ ਚੀਜ਼ 'ਚ ਕਿਸੇ ਨੇ ਤੁਹਾਡੀ ਮਦਦ ਕੀਤੀ, ਸ਼ੁਕਰਗੁਜ਼ਾਰੀ। ਬਿਕਾਜ਼ ਅਸੀਂ ਮਦਦ ਕਰਦੇ ਹਾਂ, ਸਾਨੂੰ ਖੁਸ਼ੀ ਮਹਿਸੂਸ ਹੁੰਦੀ, ਪਰ ਸਾਨੂੰ ਇਹ ਵੀ ਚੰਗਾ ਮਹਿਸੂਸ ਕਰਦਾ ਕਿ ਜਦੋਂ ਸਾਨੂੰ ਇਹ ਪਤਾ ਲੱਗੇ ਕਿ ਸਾਡੀ ਮਦਦ ਇੱਕ ਇਫੈਕਟਿਵ ਥਾਂ 'ਤੇ ਸਾਡੀ ਮਦਦ ਕਿਤੇ ਪ੍ਰੋਡਕਟਿਵ ਵੀ ਬਣ ਪਾਈ ਆ। ਸੋ ਇਹ 3 ਚੀਜ਼ਾਂ ਜ਼ਰੂਰ ਕਰੋ ਮਦਦ ਜਦੋਂ ਤੁਸੀਂ ਲੈਣੇ ਆ। ਪਰ ਆਪਦਾ ਮਾਨਸਿਕ ਵਿਚਾਰ ਬਦਲੋ ਕਿ ਜਿਹੜੇ ਲੋਕ ਸਾਡੇ ਤੋਂ ਮਦਦ ਮੰਗਣ ਆਉਂਦੇ ਆ ਅਸੀਂ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹਾਂ, ਕਿ ਅਸੀਂ ਉਹਨਾਂ ਨੂੰ ਕਮਜ਼ੋਰ ਦੇਖਦੇ ਹਾਂ ਕਿ ਅਸੀਂ ਉਹਨਾਂ ਨੂੰ ਸਮਝਦਾਰ ਅਤੇ ਬਹਾਦਰ ਦੇਖਦੇ ਹਾਂ। ਜਿਸ ਦਿਨ ਅਸੀਂ ਜਿਹੜਾ ਵੀ ਇਨਸਾਨ ਸਾਡੇ ਤੋਂ ਮਦਦ ਮੰਗਦਾ ਸੀ ਉਹਨੂੰ ਬਹਾਦਰ ਅਤੇ ਉਹਨੂੰ ਸਮਝਦਾਰ ਇਨਸਾਨ ਮੰਨਣ ਲੱਗ ਗਏ ਨਾ, ਉਸ ਤੋਂ ਬਾਅਦ ਸਾਨੂੰ ਵੀ ਦਿੱਕਤ ਨਹੀਂ ਆਊਗੀ ਕਿਸੇ ਤੋਂ ਮਦਦ ਪੁੱਛਣ ਦੀ। ਬਿਕਾਜ਼ ਸਮਝਦਾਰੀ ਆ, ਮਦਦ ਮੰਗਣਾ ਤਾਂ ਸਮਝਦਾਰੀ ਆ। ਜੇ ਤੁਹਾਨੂੰ ਪਾਣੀ ਦਾ ਗਲਾਸ ਚਾਹੀਦਾ ਅਤੇ ਪਾਣੀ ਮੰਗਣਾ, ਉਹ ਡਿਪੈਂਡੈਂਸੀ ਡਿਫਰੈਂਟ ਆ। ਉਹਦੀ ਆਪਾਂ ਇੱਕ ਡਿਫਰੈਂਟ ਉਹਦੇ 'ਤੇ ਸੈਸ਼ਨ ਕਰਾਂਗੇ। ਜਿਹੜਾ ਡਿਪੈਂਡੈਂਸੀ ਹੈ, ਜਿਹੜੇ ਲੋਕ ਡਿਪੈਂਡ ਬਹੁਤ ਹੋ ਜਾਂਦੇ, ਉਹ ਇੱਕ ਵੱਖਰਾ ਵਾ। ਪਰ ਇਹ ਇੱਕ ਜੈਨੂਅਨ ਮਦਦ ਮੰਗਣਾ ਵਾ। ਫੋਰ ਐਗਜ਼ਾਮਪਲ ਜਿਵੇਂ ਅਸੀਂ ਆਪਦੀ ਰੋਜ਼ ਨਾਤੇ ਦੀ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੇ ਰੋਲਸ ਆ, ਰਿਸ਼ਤੇ ਦੇ ਜਿਹੜੇ ਕੰਮ ਕਰਦੇ ਆ, ਉਹ ਦੂਸਰਿਆਂ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦੇ ਸਾਡੇ ਤੋਂ। ਸਾਨੂੰ ਹਰ ਵੇਲੇ ਮਦਦ ਦੀ ਲੋੜ ਪੈਂਦੀ ਆ। ਸੋ ਮਦਦ ਲੈਣ ਵੇਲੇ ਗਿਲਟ ਨਾ ਮਹਿਸੂਸ ਕਰਨਾ, ਐਂਡ ਮਦਦ ਕਰਨਾ ਵੀ ਇੱਕ ਬਹਾਦਰੀ ਆ ਐਂਡ ਮਦਦ ਲੈਣਾ ਵੀ ਇੱਕ ਬਹਾਦਰੀ ਆ। ਐਂਡ ਦੋਨੇ ਹੀ ਚੀਜ਼ਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦੀਆਂ। ਸੋ ਆਈ ਹੋਪ ਕਿ ਇਹ ਚੀਜ਼ ਇਹ ਕੋਰਸ ਨੇ ਤੁਹਾਡੀ ਮਦਦ ਕੀਤੀ ਹੋਗੀ। ਇਸ ਕੋਰਸ ਦਾ ਮਕਸਦ ਇਹ ਸੀਗਾ ਕਿ ਜਿਹੜਾ ਤੁਹਾਡਾ ਮਾਨਸਿਕ ਬਿਮਾਰੀ ਆ ਉਸ 'ਤੇ ਲਾਈਟ ਪਾਈ ਜਾਵੇ। ਬਾਕੀ ਮੈਂ ਤੁਹਾਨੂੰ ਹਾਈਲੀ ਰੈਕਮੈਂਡ ਕਰੂੰਗੀ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਹੈਲਪ ਲਵੋ। ਸੌਰੀ ਆਈ ਐਮ ਲਿਟਲ ਟਾਇਰਡ। ਤੁਸੀਂ ਇੱਕ ਪ੍ਰੋਫੈਸ਼ਨਲ ਹੈਲਪ ਲਵੋ ਐਂਡ ਮਦਦ ਲਵੋ ਤਾਂ ਜੋ ਤੁਹਾਨੂੰ ਇੱਕ ਪ੍ਰੋਪਰਲੀ ਤਰੀਕੇ ਨਾਲ ਗਾਈਡ ਕੀਤਾ ਜਾਵੇ। ਬਾਕੀ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਫੇਸਬੁੱਕ ਮੈਸੇਜ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਉਸ ਚੀਜ਼ ਦਾ ਆਨਸਰ ਦੇਣ ਦੀ। ਕੋਈ ਵੀ ਹੋਰ ਕੁਐਸਚਨ ਹੋਵੇ, ਕਿਸੇ ਵੀ ਤਰੀਕੇ ਨਾਲ ਤੁਹਾਨੂੰ ਕਾਉਂਸਲਿੰਗ ਨਹੀਂ ਮਿਲ ਰਹੀ ਹੈ, ਤੁਹਾਡਾ ਇੱਕ ਪਰਟੀਕੂਲਰ ਕੁਐਸਚਨ ਹੈ, ਤੁਸੀਂ ਸੋਚਦੇ ਹਾਂ ਕਿ ਅਸੀਂ ਲਾਈਵ ਵੀਡੀਓ ਕਰਕੇ ਉਹ ਦੱਸ ਸਕਦੇ ਹਾਂ, ਡੀਟੇਲ ਰਾਹੀਂ ਉਹ ਕੁਐਸਚਨ ਸਾਨੂੰ ਮੈਸੇਜ ਕਰੋ ਐਂਡ ਅਸੀਂ ਉਹਦਾ ਡੀਟੇਲ ਦੇ ਵਿੱਚ ਹੀ ਆਨਸਰ ਦੇਵਾਂਗੇ ਵਿਦਆਊਟ ਤੁਹਾਡਾ ਨਾਮ ਰਿਵੀਲ ਕੀਤੇ ਹੋਏ। ਇਹ ਸਾਡੀਆਂ 10 ਕਲਾਸਾਂ ਸੀਗੀਆਂ। ਪਲੀਜ਼ ਜੇ ਤੁਹਾਨੂੰ ਲੱਗਦਾ ਹੈਗਾ ਕਿ ਇਹ ਇੱਕ ਵੀਡੀਓ ਨੇ ਤੁਹਾਡੇ ਲਈ ਵਧੀਆ ਰਹੀ ਆ, ਮਦਦਗਾਰ ਰਹੀ ਆ, ਪਲੀਜ਼ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਜੋ ਜਿਹੜੀ ਮਾਨਸਿਕਤਾ ਦਾ ਮੈਸੇਜ ਹੈ ਨਾ ਉਹ ਸਾਰਿਆਂ ਨੂੰ ਅਸੀਂ ਪਹੁੰਚਾ ਸਕੀਏ। ਸਿਰਫ ਇਹੀ ਚੈਨਲ ਦੀਆਂ ਵੀਡੀਓ ਨਹੀਂ, ਹਰ ਇਨਸਾਨ ਜਿਹੜਾ ਇੱਕ ਮਾਨਸਿਕ ਵੀਡੀਓ 'ਤੇ ਪਾਉਂਦਾ, ਬਿਕਾਜ਼ ਸਾਨੂੰ ਲੋੜ ਆ ਕਿ ਅਸੀਂ
ਕੁੱਟੇ ਆਪਦੇ ਘਰਾਂ ਦੇ ਵਿੱਚ ਹੀ ਨਾ ਸਫ਼ਰ ਕਰੀ ਜਾਈਏ। ਅਸੀਂ ਬਾਹਰ ਆ ਕੇ ਖੁੱਲੀ ਹਵਾ ਦੇ ਵਿੱਚ ਇਹ ਦੱਸ ਸਕੀਏ ਕਿ ਅਸੀਂ ਦੁਖੀ ਹਾਂ, ਸਾਨੂੰ ਦੁੱਖ ਆ, ਸਾਨੂੰ ਪ੍ਰੋਬਲਮ ਆ, ਸਾਨੂੰ ਮਦਦ ਦੀ ਲੋੜ ਆ, ਤਾਂ ਜੋ ਸਾਨੂੰ ਮਦਦ ਅਵੇਲੇਬਲ ਕਰ ਸਕੀਏ। ਸੋ ਵਨਸ ਅਗੇਨ ਥੈਂਕ ਯੂ ਸੋ ਮਚ ਐਵਰੀਵਨ, ਸਟੇ ਸੇਫ। ਪਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਹਰ ਥਰਸਡੇ ਅਸੀਂ ਇੱਕ ਨਵਾਂ ਟੌਪਿਕ ਲਿਆ ਕੇ ਜਿਹੜੇ ਵੀ ਤੁਹਾਡੇ ਦੁਆਰਾ ਦੱਸੇ ਗਏ ਟੌਪਿਕ ਉਹ ਜ਼ਰੂਰ ਡਿਸਕਸ ਕਰਿਆ ਕਰੀਏ, ਇਸੇ ਹੀ ਟਾਈਮ ਕਰਿਆ ਕਰੇ। ਸੋ ਜਿਹੜੇ ਲਾਈਵ ਸੈਸ਼ਨਸ ਆ ਸਾਡੇ ਉਹ ਟਾਈਮਿੰਗ ਨਹੀਂ ਬਦਲੂਗੀ, ਬਸ ਅਸੀਂ ਇੱਕ ਟੌਪਿਕ ਵੱਖਰਿਆਂ 'ਤੇ ਕਰਾਂਗੇ। ਬਾਕੀ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਤੁਸੀਂ ਸਾਨੂੰ ਫੇਸਬੁੱਕ ਮੈਸੇਜ ਕਰਕੇ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਇਸ ਵਾਚ ਕਰਨ ਲਈ। ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਕੋਈ ਵੀ ਮਾਨਸਿਕ ਵੀਡੀਓ ਆਉਂਦੀ ਆ। ਥੈਂਕ ਯੂ ਐਵਰੀਵਨ।